initially I was very chilled out. So ਜਦੋਂ ਇੱਕ ਸ਼ਾਟ ਸੀਗਾ ਕਿ ਉਹ literally he is like that ਤੇ ਮੈਂ ਇੱਕਦਮ ਏਦਾਂ ਕਰ ਦੇਖਦੇ ਦੇਖਦੇ I realized oh my god that's Salman Khan. ਤੇ ਮੈਨੂੰ ਅੱਛਾ ਲੱਗਦਾ ਸੀ ਕਿ ਜਦੋਂ ਤੁਸੀਂ ਫਰਸਟ ਟੇਕ ਓਕੇ ਕਰਦੇ ਹੋ ਜਾਂ ਕੁਝ ਬਹੁਤ ਵਧੀਆ ਕਰਦੇ ਹੋ ਤੇ ਸੈੱਟ ਤੇ ਤਾਲੀਆਂ ਵੱਜਦੀਆਂ like I don't drink, I don't smoke anything, people do, which is okay, if anybody is doing. But what I say is ਕਿ ਤੁਹਾਨੂੰ ਲਾਈਫ ਇੰਜੋਏ ਕਰਨ ਲਈ ਇਹ ਮਤਲਬ ਕੋਈ ਇਹ ਨਹੀਂ ਹੈਗਾ ਕਿ ਤੁਸੀਂ ਇਹ ਨਹੀਂ ਕੀਤਾ ਤਾਂ ਤੁਸੀਂ ਲਾਈਫ ਮਤਲਬ ਇਹ ਨਹੀਂ ਹੈ ਕਿ ਡਰਿੰਕ ਕਰੋ ਜਾਂ ਸਮੋਕ ਕਰੋ। You should be high on life. ਹਾਂ, ਤੁਸੀਂ ਕੋਈ ਵੀ ਇਦਾਂ ਦੀ ਚੀਜ਼ ਕਰ ਰਹੇ ਹੋ ਜਿਹਦੇ ਤੁਸੀਂ ਗੁਲਾਮ ਬਣ ਗਏ, ਉਹ ਕਦੇ ਵੀ ਚੰਗਾ ਨਹੀਂ ਹੋ ਸਕਦਾ। ਫਿਲਮ ਆਈ ਸੀ ਯਾਰਾ ਉਹ ਦਿਲਦਾਰ ਜੀ, ਉਹਦੇ ਵਿੱਚ ਨਵੇਕਲ ਜਿਹਾ ਰੂਪ ਨੂੰ ਕਿਸ ਤਰ੍ਹਾਂ ਹਟਾਇਆ? ਵਧੀਆ ਸੀਗਾ ਉਹ ਕਿਉਂਕਿ I think as an actor ਤੁਸੀਂ ਚਾਹੁੰਦੇ ਹੋ ਕਿ ਮੈਂ ਹਰ ਕਿਸਮ ਦਾ ਰੋਲ ਕਰਾਂ ਤੇ ਉਹ ਵੀ ਬਹੁਤ ਵਧੀਆ ਸੀਗਾ like a pure love story and different feelings, emotions. ਵਧੀਆ ਸੀਗਾ। That was a beautiful part of being an actor. I think ਮੈਂ ਬਹੁਤ ਘੱਟ ਗਾਣੇ ਕੀਤੇ हैं, ਪਰ ਜਿਹੜੇ ਵੀ ਗਾਣੇ ਕੀਤੇ हैं ਮੈਂ ਅਦਾਕਾਰੀ ਵਾਲੇ ਕੀਤੇ हैं ਜ਼ਿਆਦਾਤਰ, ਹੈ ਨਾ, ਚਾਹੇ ਪੇਕੇ ਹੁੰਦੇ ਮਾਵਾ ਤੋਂ ਲੈ ਕੇ ਰੂਹ ਦਾ ਹਾਨੀ ਤੱਕ ਸਾਰੇ ਉਹ ਗਾਣੇ ਇਦਾਂ ਦੇ ਸੀਗੇ ਜਿਨ੍ਹਾਂ ਵਿੱਚ ਅਦਾਕਾਰੀ ਸੀ। ਕਿ ਬਿਹਾਈਂਡ ਦਾ ਕਰਟਨ ਬਹੁਤ ਕੁਝ ਹੁੰਦਾ, ਕਾਸਟਿੰਗ ਕਾਊਚ, ਮੀ ਟੂ ਬਾਅਦ ਚੱਲਿਆ। ਜੀ ਜੀ ਜੀ। ਤੁਹਾਨੂੰ ਕਦੇ ਐਵੇਂ ਦਾ ਐਕਸਪੀਰੀਅੰਸ ਜਾਂ ਤੁਹਾਡੇ ਨਾਲ ਦੇ ਕੋਈ ਐਵੇਂ ਦਾ ਤੁਹਾਨੂੰ ਲੱਗਿਆ ਕਿ ਵਾਕਈ ਹੈ ਜਾਂ ਇਹ ਸਿਰਫ ਜੇ ਮੈਂ ਕਹਾਂ ਨਹੀਂ ਹੈ ਤੇ ਗਲਤ ਹੋਏਗਾ? ਡੈਫੀਨਿਟਲੀ ਹੈ। ਜਦੋਂ ਤੁਸੀਂ ਕੁਝ ਕਰਨਾ ਚਾਹੁੰਦੇ ਹੋ ਤੁਹਾਡੇ ਵਿੱਚ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਮੈਂ ਕੀ ਕਰਨਾ, ਮੇਰੇ ਵੈਲਿਊਜ਼ ਕੀ ਨੇ, ਐਂਡ ਲਰਨ ਟੂ ਸੇ ਨੋ, NO no, say no. मैं एंटर बात से करती थी ना, पहले कहते थे you're a Punjabi. I'm like, how do you know? They're like, नहीं देख के पता चलता है आपको, ਅੱਜ ਸਾਡੇ ਅਜੀਤ ਦੇ ਸਟੂਡੀਓ ਵਿੱਚ ਪੰਜਾਬੀ, ਹਿੰਦੀ ਔਰ ਸਾਊਥ ਫਿਲਮਾਂ ਦੀ ਜਿਹੜੀ ਅਭਿਨੇਤਰੀ ਹੈ ਜੋਨਤਾ ਡੋਡਾ ਜੀ, ਉਹ ਆਏ ਨੇ। ਆਪਾਂ ਉਹਨਾਂ ਨਾਲ ਉਹਨਾਂ ਦੇ ਫਿਲਮੀ ਸਫ਼ਰ ਬਾਰੇ ਵੀ ਗੱਲਾਂ ਕਰਾਂਗੇ। ਤੇ ਜੋਨਤਾ ਜੀ, ਪਹਿਲਾਂ ਸਭ ਤੋਂ ਪਹਿਲਾਂ ਤੁਹਾਨੂੰ ਇੱਥੇ ਅਜੀਤ ਸਟੂਡੀਓ ਵਿੱਚ ਆਉਣ ਤੇ ਜੀ ਆਇਆਂ ਨੂੰ ਤੁਹਾਡਾ ਬਹੁਤ ਸਵਾਗਤ ਹੈ। ਥੈਂਕ ਯੂ ਸੋ ਮਚ। ਪਹਿਲੇ ਸਤਿ ਸ਼੍ਰੀ ਅਕਾਲ ਤੁਹਾਨੂੰ ਤੇ ਤੁਹਾਡੇ ਸਾਰੇ ਦਰਸ਼ਕਾਂ ਨੂੰ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਐਂਡ ਥੈਂਕ ਯੂ ਫॉर ਹੈਵਿੰਗ ਮੀ। ਆਪਾਂ ਸਭ ਤੋਂ ਪਹਿਲਾਂ ਇੱਥੋਂ ਸ਼ੁਰੂਆਤ ਕਰਦੇ ਹਾਂ, ਜਿਹੜਾ ਕਿ ਖਾਸ ਕਰਕੇ ਔਰਤਾਂ ਲਈ ਇੱਕ ਮੀਲ ਪੱਥਰ ਹੋਇਆ ਸੀ। ਔਰ ਗੀਤ ਸੀ ਤੁਹਾਡਾ ਸੁਰਜੀਤ ਦਵਿੰਦਰ ਰਖੀਏ ਦੇ ਨਾਲ ਜੀ, ਪੇਕੇ ਹੁੰਦੇ ਮਾਂ। ਉਹ ਕਿਵੇਂ ਸਬੱਬ ਬਣਿਆ ਸੀ ਤੁਹਾਡਾ? ਐਕਚੁਅਲੀ in I was in school ਉਸ ਟਾਈਮ ਤੇ ਓਨੈਸਟਲੀ ਮੈਨੂੰ ਬਿਲਕੁਲ ਕੁਝ ਵੀ ਯਾਦ ਨਹੀਂ ਕਿ ਕਿੱਦਾਂ, ਬਟ ਮੈਨੂੰ ਇਹ ਯਾਦ ਹੈ ਕਿ ਸ਼ਮਸ਼ੇਰ ਸੰਧੂ ਸਾਹਿਬ ਨੇ ਲਿਖਿਆ ਸੀ ਐਂਡ ਸੁਰਜੀਤ ਦਵਿੰਦਰ ਰਖੀਏ ਦਾ ਸੌਂਗ ਸੀਗਾ ਐਂਡ ਦੇ ਵਰ ਲਾਈਕ ਮੈਂ ਕਰਦੀ ਨਹੀਂ ਸੀਗੀ ਸੌਂਗ, ਹੈ ਨਾ, ਹਾਲੇ ਪੜ੍ਹਾਈ ਚੱਲ ਰਹੀ ਸੀ, ਬਟ ਤੇ ਉਹਨਾਂ ਨੇ ਕਿਹਾ ਕਿ ਜਦੋਂ ਸੌਂਗ ਸੁਣਿਆ ਵਾਜ਼ ਲਾਈਕ ਇਹ ਲਿਰਿਕਸ ਬਹੁਤ ਖੂਬਸੂਰਤ ਨੇ ਤੇ ਆਈ ਰਿਮੈਂਬਰ ਉਹਨਾਂ ਨੇ ਕਿਹਾ ਸੀ ਸਾਨੂੰ ਬਹੁਤ ਵਧੀਆ ਅਦਾਕਾਰ ਚਾਹੀਦਾ ਜੋ ਇਸ ਨੂੰ ਨਿਭਾ ਸਕੇ ਐਂਡ ਫਿਰ ਅਸੀਂ ਉਹ ਸੌਂਗ ਕੀਤਾ ਸੀ ਐਂਡ ਨਾਓ ਵੈਨ ਆਈ ਰੀਕਲੈਕਟ ਦੈਟ ਮੈਮਰੀ ਬਹੁਤ ਜਦੋਂ ਅਸੀਂ ਸ਼ੂਟ ਵੀ ਕਰ ਰਹੇ ਸੀਗੇ ਅਸੀਂ ਐਕਚੁਅਲੀ ਰੋ ਰਹੇ ਸੀਗੇ ਉਸ ਟਾਈਮ। ਮੈਂ ਕਦੇ ਵੀ ਗਲਿਸਟਰਨ ਨਹੀਂ ਯੂਜ਼ ਕੀਤੀ। ਹਾਂਜੀ, ਉਹ ਬਹੁਤ ਜ਼ਿਆਦਾ ਤੇ ਕਿਉਂਕਿ ਉਹ ਜਿਹੜੇ ਉਹ ਅਲਫਾਜ਼ ਨੇ ਜੋ ਗਾਇਆ ਹੈ, ਜੋ ਇਮੋਸ਼ਨ ਉਸ ਗੀਤ 'ਚ ਹੈ, ਫਿਰ ਉਹੀ ਐਜ਼ ਐਨ ਐਕਟਰ ਫੋਰਚੂਨੇਟਲੀ ਅਸੀਂ ਨਿਭਾ ਗਏ ਤੇ ਲੋਕਾਂ ਦੇ ਦਿਲ ਤੱਕ ਪਹੁੰਚ ਗਿਆ, ਸੋ ਬਣ ਗਿਆ ਇੱਕ ਮੈਮੋਰੀ। ਤੁਸੀਂ ਇੰਨੀ ਛੋਟੀ ਉਮਰ ਦੇ ਵਿੱਚ ਹੀ ਤੁਹਾਨੂੰ ਇੰਨਾ ਬੜਾ ਸੀਰੀਅਸ ਸੌਂਗ, ਤੁਸੀਂ ਪਹਿਲਾਂ ਜਿਸ ਤਰ੍ਹਾਂ ਸਕੂਲ ਦੇ ਵਿੱਚ ਸੀ ਤੁਸੀਂ ਦੱਸਿਆ ਜੀ, ਤੁਸੀਂ ਪਹਿਲਾਂ ਤੋਂ ਸੋਚਿਆ ਹੋਇਆ ਸੀ ਕਿ ਇਸ ਲਾਈਨ ਦੇ ਵਿੱਚ ਹੀ ਜਾਣਾ, ਜਿਸ ਤਰ੍ਹਾਂ ਕੋਈ ਸੋਚਦਾ ਕਿ ਮੈਂ ਆਫੀਸਰ ਬਣਨਾ ਜਾਂ? ਜੀ ਨਹੀਂ, ਕਦੇ ਵੀ ਨਹੀਂ। ਆਈ ਥਿੰਕ ਮੈਂ ਹਮੇਸ਼ਾ ਆਪਣੀ ਹਰ ਇੰਟਰਵਿਊ 'ਚ ਕਿਹਾ ਕਿ ਮੈਂ ਆਈ ਥਿੰਕ ਐਕਟਰ ਬਣੀ ਬਾਈ ਡਿਫਾਲਟ, ਕਿ ਰੱਬ ਨੇ ਪਲਾਨ ਕੀਤਾ ਸੀ ਕਿ ਇਹਨੇ ਐਕਟਰ ਬਣਨਾ। ਮੈਂ ਤੇ ਕਦੇ ਵੀ ਨਹੀਂ। ਆਈ ਵਾਜ਼ ਅ ਸਾਇੰਸ ਸਟੂਡੈਂਟ, ਆਈ ਵਾਜ਼ ਸਕੂਲ ਕੈਪਟਨ ਤੇ ਮੈਨੂੰ ਲੱਗਦਾ ਜੇ ਤੁਸੀਂ ਕਦੇ ਜਾ ਕੇ ਮੇਰੇ ਟੀਚਰਸ ਨੂੰ ਵੀ ਪੁੱਛੋ ਤਾਂ ਉਹ ਕਹਿਣਗੇ ਨਹੀਂ ਜੌਨ ਨੋ ਉਹ ਤਾਂ ਪੜ੍ਹਾਈ 'ਚ ਧਿਆਨ ਰਹਿੰਦਾ ਸਾਰਾ ਟਾਈਮ। ਤੇ ਸਬਬ ਬਸ ਆਈ ਥਿੰਕ ਬਣਦੇ ਚਲੇ ਗਏ, ਦੈਟਸ ਵਾਈ ਮੈਂ ਕਹਿੰਦੀ ਹਾਂ ਕਿ ਰੱਬ ਨੇ ਪਲਾਨ ਕੀਤਾ ਸੀਗਾ ਕਿ ਅਦਾਕਾਰ ਬਣਨਾ ਹੈ। ਤੇ ਹੁਣ ਮੈਂ ਜਦੋਂ ਸੋਚਦੀ ਹਾਂ ਤਾਂ ਆਈ ਥਿੰਕ ਉਹਦਾ ਇੱਕ ਬਹੁਤ ਵੱਡਾ ਕਾਰਨ ਇਹ ਹੈ ਕਿ ਤੁਸੀਂ ਦਰਸ਼ਕਾਂ ਨਾਲ ਬਹੁਤ
ਪੂਰੀ ਦੁਨੀਆ 'ਚ ਜੁੜਨਾ ਸੀਗਾ। ਆਈ ਥਿੰਕ ਇੱਕ ਐਕਟਰ ਦਾ ਨਾ ਸਭ ਤੋਂ ਵੱਡਾ, ਜਦੋਂ ਤੁਸੀਂ ਐਕਟਰ ਬਣਨ ਦਾ ਸਬਬ ਬਣਦਾ ਤਾਂ ਜਿਹੜੀ ਉਸ ਤੋਂ ਇੱਕ ਸਭ ਤੋਂ ਵੱਡੀ ਖੂਬਸੂਰਤੀ ਹੈ ਕਿ ਇੰਨੀ ਦੁਨੀਆ ਜੋ ਤੁਹਾਨੂੰ ਜਾਣਦੀ ਨਹੀਂ, ਪਰਸਨਲੀ ਮਿਲੀ ਨਹੀਂ, ਬਟ ਉਹ ਤੁਹਾਨੂੰ ਇੰਨਾ ਪਿਆਰ ਕਰਦੇ ਆ। ਤੇ ਉਹ ਜਿਹੜੀ ਇੱਕ ਐਕਸਟੈਂਡਡ ਫੈਮਿਲੀ ਜਿਹੜਾ ਪਿਆਰ ਮਿਲਦਾ ਨਾ, ਇਹ ਆਈ ਥਿੰਕ ਉਹ ਜਦੋਂ ਪਲਾਨ ਕਰਦਾ ਫਿਰ ਮਿਲਦਾ। ਉਸ ਤੋਂ ਬਾਅਦ ਤੁਹਾਡੀ ਫਰਸਟ ਫੀਲਿੰਗ ਕੀ ਸੀ ਜਦੋਂ ਅਚਾਨਕ ਤੁਹਾਨੂੰ ਇੰਨਾ ਨੇਮ ਫੇਮ ਇੱਕ Song ਤੋਂ ਮਿਲਿਆ? ਐਕਚੁਅਲੀ Song ਤੋਂ ਪਹਿਲਾਂ ਮੈਂ ਐਡਸ ਕੀਤੀਆਂ। ਸਭ ਤੋਂ ਪਹਿਲਾਂ ਮੈਂ ਐਡਸ ਕੀਤੀਆਂ ਸੀਗੀ, ਇੱਕ ਅਮਰੀਕਨ ਬ੍ਰਾਂਡ ਸੀਗਾ, ਤੇ ਜੋ ਸਭ ਤੋਂ ਪਹਿਲਾ ਕੰਮ ਮੈਂ ਕੀਤਾ ਸੀ ਉਹ ਇੰਡੀਆ ਲਈ ਨਹੀਂ ਸੀਗਾ, ਉਹ ਹਾਲੀਵੁੱਡ ਲਈ ਸੀਗਾ, ਤੇ ਉਹ 2 ਐਡਸ ਸੀਗੇ। ਤੇ ਇਟ ਵਾਸ ਜਸਟ ਵੈਰੀ ਕੈਜੂਅਲ। ਉਹਨਾਂ ਨੇ ਕਿਹਾ ਉਹਨਾਂ ਨੇ ਕਿਹਾ ਕਿ ਵਾਈ ਡੋਂਟ ਯੂ ਡੂ ਇਟ, ਐਂਡ ਲਾਈਕ ਜੀ, ਤਾਂ ਕਿਉਂਕਿ ਕੋਈ ਥਾਟ ਨਹੀਂ ਸੀਗਾ, ਸੋ ਕੋਈ ਮਤਲਬ ਇੱਦਾਂ ਦਾ ਵੀ ਨਹੀਂ ਸੀਗਾ ਕਿ ਕਿ ਓ ਮਾਈ ਗॉड, ਤਾਂ ਇੱਦਾਂ ਸੀਗਾ ਕਿ ਓਕੇ ਚਲੋ ਟਰਾਈ ਕਰ ਲੈਤੇ, ਉੱਦਾਂ ਦਾ ਇੱਕ ਉਹ ਸੀਗਾ। ਸੋ ਇਨੀਸ਼ੀਅਲੀ ਸਬਬ ਬਣਦੇ ਗਏ, ਇੱਕ ਚੀਜ਼ ਆਈ, ਉਹ ਐਡ ਫਿਰ ਕਿਸੇ ਨੇ ਕੈਨੇਡਾ 'ਚ ਦੇਖੀ, ਤੇ ਉਹਨਾਂ ਨੇ ਕਿਹਾ ਕਿ ਮੈਨੂੰ ਇਹ ਕੁੜੀ ਚਾਹੀਦੀ ਹੈ ਆਪਣੀ ਫਿਲਮ ਦੇ ਵਿੱਚ। ਤੇ ਉਹਨਾਂ ਨੇ ਕਿਹਾ ਨਹੀਂ, ਇਹ ਤਾਂ ਹਾਲੇ ਇਹ ਕੰਮ ਐਕਟਰ ਐਜ਼ ਪ੍ਰੋਫੈਸ਼ਨਲ ਕੰਮ ਨਹੀਂ ਕਰਦੀ, ਬਲਕਿ ਇਹ ਪੜ੍ਹਦੀ ਹੈ, ਇਹਨੇ ਨਹੀਂ ਕਰਨਾ। ਤੇ ਦੇ ਵਰ ਲਾਈਕ ਕਿ ਨਹੀਂ। ਉਹ ਲਿਟਰਲੀ ਲੱਭਦੇ ਕੈਨੇਡਾ ਤੋਂ ਚੰਡੀਗੜ੍ਹ ਪਹੁੰਚੇ, ਸਾਡੇ ਘਰ ਪਹੁੰਚੇ ਮੋਹਾਲੀ, ਐਂਡ ਫਿਰ ਸਾਨੂੰ ਮਿਲੇ, ਐਂਡ ਫਿਰ ਮੈਂ ਉਹ ਫਿਲਮ ਕੀਤੀ। ਸੋ ਇਨੀਸ਼ੀਅਲੀ ਦੈਟ ਵਾਸ ਗੁਲਦਸਤਾ, ਇੰਡੋ ਕੈਨੇਡੀਅਨ ਪ੍ਰੋਡਕਸ਼ਨ ਸੀਗੀ। ਸੋ ਆਈ ਥਿੰਕ ਮੇਰਾ ਜਿਹੜਾ ਫਰਸਟ ਪਾਰਟ ਹੈ ਫਿਲਮ ਲਾਈਕ ਐਜ਼ ਐਨ ਐਕਟਰ, ਉਹ ਸਾਰਾ ਬਾਈ ਡਿਫੋਲਟ ਸੀਗਾ, ਬਣਦਾ ਚਲਾ ਗਿਆ ਇੱਕ ਤੋਂ ਦੂਜਾ। ਔਰ ਫਿਰ ਜਦੋਂ ਮੈਂ ਇੱਕ ਟਾਈਮ ਆਇਆ, ਦੈਨ ਆਈ ਵਾਸ ਲਾਈਕ ਕਿ ਨਹੀਂ, ਪੜ੍ਹਾਈ ਬਹੁਤ ਜ਼ਰੂਰੀ ਹੈ, ਵਾਪਸ ਪੜ੍ਹਾਈ 'ਤੇ ਜਾਣਾ, ਪੜ੍ਹਨਾ ਜ਼ਰੂਰੀ ਹੈ। ਪੜ੍ਹਾਈ ਪੂਰੀ ਕਰਕੇ ਫਿਰ ਰਿਅਲਾਈਜ਼ ਕੀਤਾ ਕਿ ਹਾਂ, ਦਿਸ ਇਜ਼ ਵਾਟ ਆਈ ਲਵ, ਟੂ ਸ਼ੇਅਰ ਸਟੋਰੀਜ਼, ਟੂ ਸ਼ੇਅਰ ਇਮੋਸ਼ਨਸ, ਹੈ ਨਾ, ਆਪਣੇ ਦਰਸ਼ਕਾਂ ਤੱਕ ਪਹੁੰਚਣਾ। ਮੈਨੂੰ ਇੱਦਾਂ ਲੱਗਦਾ ਹਮੇਸ਼ਾ ਐਂਟਰਟੇਨਮੈਂਟ ਫਿਲਮ ਇੰਡਸਟਰੀ ਇੱਕ ਇੰਨਾ ਵੱਡਾ ਮੀਡੀਅਮ ਹੈ ਜਿਹਦੇ ਨਾਲ ਤੁਸੀਂ ਅਫਕੋਰਸ ਐਂਟਰਟੇਨਮੈਂਟ ਲਈ ਜਾਂਦੇ ਹੋ, ਬਟ ਜੇ ਤੁਸੀਂ ਆਪਦੀ ਐਂਟਰਟੇਨਮੈਂਟ ਦੇ ਵਿੱਚ ਇੱਕ ਇੰਨਾ ਛੋਟਾ ਜਿਹਾ ਵੀ 1% ਕੋਈ ਚੀਜ਼ ਸਿਖਾ ਸਕੋ ਲੋਕਾਂ ਨੂੰ ਨਾ, ਤਾਂ ਬਹੁਤ ਵਧੀਆ। ਬਿਕਾਜ਼ ਆਈ ਰੀਅਲੀ ਸੀ ਕਿ ਲੋਕ ਫੋਲੋ ਕਰਦੇ ਆ, ਉਹ ਤੁਹਾਨੂੰ ਸੁਣਦੇ ਆ, ਆਪਦੇ ਟੀਚਰਸ ਤੋਂ ਜ਼ਿਆਦਾ ਸੁਣਦੇ ਆ ਤੁਹਾਡੀ ਗੱਲਾਂ, ਹੈ ਨਾ। ਸੋ ਇਹ ਗੱਲ ਆ ਰਹੀ ਹੈ ਕਿ ਫਿਲਮਾਂ ਸਲਮਾਨ ਖਾਨ ਦੇ ਨਾਲ ਜੀ ਮੈਨੇ ਪਿਆਰ, ਇਹ ਵੀ ਉਸੇ ਕਿਹੋ ਜਿਹਾ ਅਨੁਭਵ ਰਿਹਾ ਔਰ ਕਿਵੇਂ ਹੋਇਆ ਹੈ? ਓਕੇ, ਇਹ ਸਾਰਾ ਸੋ ਬੜਾ ਇਹ ਐਕਚੁਅਲੀ ਵੈਨ ਆਈ ਸੀ ਕਿ ਬਹੁਤ ਸੋਹਣੀਆਂ ਪ੍ਰੋਜੈਕਟਸ ਮੈਂ ਕੀਤੇ, ਜਦੋਂ ਮੈਂ ਕਦੇ ਸੋਚਿਆ ਹੀ ਨਹੀਂ ਸੀਗਾ ਕਿ ਮੈਂ ਕਰਨਾ, ਨਾ ਮੇਰਾ ਕੋਈ ਇੱਦਾਂ ਦਾ ਇੰਟਰਸਟ ਸੀਗਾ। ਇੱਕ ਜਦੋਂ ਬਣੀ ਜਾ ਰਹੇ ਸੀ ਸਬਬ, ਤੇ ਤੁਸੀਂ ਕਰੇ ਜਾ ਰਹੇ ਸੀ, ਹੈ ਨਾ। ਸੋ ਮੈਨੇ ਪਿਆਰ ਕਿਉਂ ਕੀਆ ਵਾਜ਼ obviously ਮੈਂ ਬੰਬੇ ਸੀ, ਮੇਰੀ ਉਸ ਤੋਂ ਪਹਿਲਾਂ ਹਿੰਦੀ ਫਿਲਮ ਇੱਕ ਹੋਰ ਰਿਲੀਜ਼ ਹੋਈ ਸੀ, ਦਿਲ ਬੇਚਾਰਾ ਪਿਆਰ ਕਾ ਮਾਰਾ, ਦੈਟ ਵਾਜ਼ ਮਾਈ ਫਰਸਟ ਕਮਰਸ਼ੀਅਲ ਫਿਲਮ। ਤੇ ਜੋ ਆਈ ਐਕਚੁਅਲੀ ਡੋਂਟ ਰਿਮੈਂਬਰ, ਦੇ ਵਰ ਲੁਕਿੰਗ ਫॉर ਅ ਗਰਲ, ਹੈ ਨਾ, ਸਲਮਾਨ ਦੇ ਆਪੋਜ਼ਿਟ। ਤੇ ਜਦੋਂ ਮੈਂ ਮਿਲੀ ਡੇਵਿਡ ਧਵਨ ਨੂੰ, ਐਂਡ ਹੀ ਸੌ ਮੀ ਐਂਡ ਹੀ ਵਾਜ਼ ਲਾਈਕ ਪਰਫੈਕਟ, ਤਾਂ ਸ਼ੀ ਹੈਜ਼ ਟੂ ਡੂ ਦਿਸ। ਐਂਡ ਅਸੀਂ ਜੋ ਸੀਨ ਕੀਤਾ ਸੀ, ਬਿਕੋਜ਼ ਤਬ ਫਿਰ ਮੇਰੀ ਪੜ੍ਹਾਈ ਸੀ, ਵੀ ਡਿਡ, ਪਰ ਜਿਹੜਾ ਅਸੀਂ ਉਹ ਸੀਨ ਸ਼ੂਟ ਕੀਤਾ ਸੀਗਾ ਜੋ ਸਾਡਾ, ਆਈ ਸਟਿਲ ਰਿਮੈਂਬਰ, ਕਾਫੀ ਮਤਲਬ ਬਿਨਾਂ ਕਿਸੇ ਕੱਟ ਦੇ ਉਹ ਸੀਨ ਸੀਗਾ। ਤੇ ਜਦੋਂ ਮੈਂ ਐਂਡ ਸਲਮਾਨ ਵੀ ਫਿਨਿਸ਼ ਦੈਟ ਸੀਨ, there was a little there was this clapping ovation by everyone on the set, ਤਾਲੀਆਂ ਵੱਜੀਆਂ ਸੀਗੀਆਂ literally, and they were like ਕਿ ਜਿਹੜੀ ਸਾਡੀ timing ਸੀਗੀ, it was so fantastic, and everybody was like wow. So I think ਇੰਨਾ ਕਾਰਨਾਂ ਕਰਕੇ ਇੱਕ ਉਹ ਬਣ ਗਿਆ ਬਹੁਤ ਜਲਦੀ ਕਿ she is a very good actor fortunately, but it was ਸਲਮਾਨ ਬਾਰੇ ਤੁਸੀਂ ਪੁੱਛ ਰਹੇ ਸੀ, ਸੋ ਮੈਂ ਇਨੀਸ਼ੀਅਲੀ ਆਈ ਵਾਜ਼ ਵੈਰੀ ਚਿਲਡ ਆਊਟ। ਸੋ ਜਦੋਂ ਇੱਕ ਸ਼ਾਟ ਸੀਗਾ ਕਿ ਉਹ ਲਿਟਰਲੀ ਹੀ ਇਜ਼ ਲਾਈਕ ਦੈਟ, ਤੇ ਮੈਂ ਇੱਕਦਮ ਏਦਾਂ ਕਰ ਦੇਖਦੇ ਆਈ ਰਿਅਲਾਈਜ਼ ਓ ਮਾਈ ਗॉड ਦੈਟਸ ਸਲਮਾਨ ਖਾਨ, ਬਟ ਹੀ ਇਜ਼ ਸੱਚ ਅ ਵੰਡਰਫੁਲ ਗਾਇ। ਕੰਫਰਟੇਬਲ ਸੀ ਜਾਂ ਕੋਈ ਨਰਵਸਨੈਸ? yeah no, not at all. I think fortunately I'd always been comfortable as an actor, because ਫਿਰ ਮੈਂ ਉਹੀ ਗੱਲ ਕਹਾਂਗੀ ਬਿਕੋਜ਼ ਸ਼ਾਇਦ ਬਾਈ ਡਿਫੋਲਟ ਸੀਗਾ ਕਿ ਜਾਂ ਮੇਰੀ ਜੋ ਐਕਟਿੰਗ ਦੀ ਸਮਝ ਸੀਗੀ ਉਹ ਇੱਕ ਨੈਚੁਰਲ ਸੀਗੀ, ਬਹੁਤ ਹੀ ਨੈਚੁਰਲ ਰਹਿਣਾ ਜਿੱਦਾਂ ਆਪਾਂ ਕਰਦੇ ਹਾਂ, ਤਾਂ ਫਿਰ ਉਨ ਚੀਜ਼ਾਂ ਨੇ ਸਾਥ ਦਿੱਤਾ। ਤੇ ਮੈਨੂੰ ਫਿਰ ਇਹ ਵਧੀਆ, ਜਦੋਂ ਕਰਾਫਟ 'ਤੇ ਤੁਸੀਂ ਕੰਮ ਕਰਨਾ ਸ਼ੁਰੂ ਕਰਦੇ ਹੋ, ਤੇ ਮੈਨੂੰ ਅੱਛਾ ਲੱਗਦਾ ਸੀ ਕਿ ਜਦੋਂ ਤੁਸੀਂ ਫਸਟ ਟੇਕ ਓਕੇ ਕਰਦੇ ਹੋ ਜਾਂ ਕੁਝ ਬਹੁਤ ਵਧੀਆ ਕਰਦੇ ਹੋ, ਤੇ ਸੈੱਟ 'ਤੇ ਤਾਲੀਆਂ ਵੱਜਦੀਆਂ,
ਯੂ نو ਉਹ ਟੀਮ ਐਫਰਟ, ਬਿਕਾਜ਼ ਜੋ ਸਾਰੀ ਮਿਹਨਤ ਸਾਰੀ ਟੀਮ ਕਰਦੀ ਹੈ ਉਹ ਦਿਖਦੀ ਆਪਦੇ ਐਕਟਰ ਦੇ ਫੇਸ ਤੇ ਹੈ ਨਾ, ਸਾਰਾ ਯੂਨਿਟ ਇੰਨੀ ਮਿਹਨਤ ਕਰਦਾ, ਫਿਰ ਮਜ਼ਾ ਆਉਂਦਾ। ਸੋ ਯੂ ਸਟਾਰਟ ਇੰਜੋਇੰਗ ਇਟ। ਜਿਸ ਤਰ੍ਹਾਂ ਗੁਰਦਾਸ ਮਾਨ ਨਾਲ ਤੁਸੀਂ ਚੱਕ ਜਮਾਨਾ ਜਿਹੜਾ ਅੱਜ ਕੱਲ ਸਰਕਾਰ ਕਰ ਰਹੀ ਹੈ ਵੀ ਯੁੱਧ ਨਸ਼ਿਆਂ ਦੇ ਵਿਰੁੱਧ, ਬਿਲਕੁਲ ਤੁਸੀਂ ਇੰਨੇ ਟਾਈਮ ਤੋਂ ਪਹਿਲਾਂ ਕੀਤੀ ਸੀ ਉਹਦੇ ਵਿੱਚ ਵੀ ਇਹੀਓ ਸੀ, ਤੇ ਕਿਵੇਂ ਉਹ ਫਿਲਮ ਦੇ ਤੁਸੀਂ ਮੁੱਖ ਭੂਮਿਕਾ ਨਿਭਾਈ ਉਸ? ਜੀ ਜੀ, ਸੋ ਜਿੱਦਾਂ ਮੈਂ ਕਿਹਾ ਮੇਰਾ ਐਕਟਿੰਗ ਕਰੀਅਰ ਇਜ਼ ਲਾਈਕ 2 ਪਾਰਟਸ ਹੈ ਨਾ। ਇੱਕ ਸੀਗਾ ਜਦੋਂ ਸਕੂਲ ਦੇ ਵਿੱਚ ਐਂਡ ਫਿਰ ਇਹ ਸਭ ਕੁਝ ਕੀਤਾ, ਫਿਰ ਮੈਂ ਪੜ੍ਹਾਈ ਲਈ ਬ੍ਰੇਕ ਲਈ ਐਂਡ ਉਸ ਤੋਂ ਬਾਅਦ ਜਦੋਂ ਮੈਂ ਪ੍ਰੋਫੈਸ਼ਨਲੀ ਯੂ نو ਵਾਪਸ ਜੁਆਇਨ ਕੀਤਾ, ਸੋ ਚੱਕ ਜਵਾਨਾ ਪੰਜਾਬੀ ਵਾਸ ਮਾਈ ਫਰਸਟ ਯੂ نو ਡੈਬਿਊ ਆਪੋਜ਼ਿਟ ਮਾਨ ਸਾਹਿਬ। ਤੇ ਅਗੇਨ ਇਟ ਵਾਸ ਸੱਚ ਅ ਬਿਊਟੀਫੁਲ ਟੌਪਿਕ ਸੀਗਾ। ਮੈਨੂੰ ਲੱਗਦਾ ਰੀ ਰਿਲੀਜ਼ ਹੋਣੀ ਚਾਹੀਦੀ ਹੈ ਫਿਲਮ, ਹੁਣ ਸਮਝੋ ਯੂ نو ਕਿ ਕਿੰਨਾ ਜ਼ਰੂਰੀ ਹੈ। ਨਸ਼ਿਆਂ ਬਾਰੇ ਅਸੀਂ ਉਸ ਵੇਲੇ ਤੋਂ ਗੱਲ ਕਰ ਰਹੇ ਸੀ ਹੈ ਨਾ, ਤੇ ਉਸ ਤੋਂ ਬਾਅਦ ਯੂ نو ਕਿੰਨਾ ਆਪਾਂ ਇੱਕ ਮਾੜਾ ਟਾਈਮ ਦੇਖ ਰਹੇ ਹਾਂ ਹਾਲੇ ਵੀ ਆਪਣੇ ਯੂਥ ਨੂੰ ਉਸ ਦੇ ਵਿੱਚ। ਸੋ ਇੰਪੋਰਟੈਂਟ ਹੈ ਲੋਕਾਂ ਨੂੰ ਇਹ ਦੱਸਣਾ ਕਿ ਇਹ ਗਲਤ ਹੈ ਯੂ نو, ਬਿਕਾਜ਼ ਜਦੋਂ ਯੂਥ ਉਸ ਟੈਂਡਰ ਏਜ 'ਚ ਹੁੰਦਾ ਨਾ, ਉਹਨੂੰ ਸਹੀ ਗਾਈਡੈਂਸ ਮਿਲਣੀ ਬਹੁਤ ਜ਼ਰੂਰੀ ਹੈ ਕਿ ਮਾਡਰਨ ਹੋਣਾ ਅਲੱਗ ਚੀਜ਼ ਹੈ, ਸ਼ੋਸ਼ੇਬਾਜ਼ੀ ਅਲੱਗ ਚੀਜ਼ ਹੈ, ਤੁਹਾਡੇ ਲਈ ਚੰਗਾ ਕੀ ਹੈ ਉਹ ਅਲੱਗ ਚੀਜ਼ ਹੈ। ਤੁਹਾਨੂੰ ਕੀ ਲੱਗਦਾ, ਜਿਸ ਤਰ੍ਹਾਂ ਤੁਸੀਂ ਬਾਲੀਵੁੱਡ ਦੇ ਵਿੱਚ ਕਾਫੀ ਸਾਲ ਹੋ ਗਏ ਆ ਜੀ, ਪੰਜਾਬ ਦੇ ਨਾਲ ਇੱਕ ਨਾਮ ਜੁੜ ਗਿਆ ਜੀ ਨਸ਼ਿਆਂ ਦਾ ਲੈ ਕੇ, ਜਿਸ ਤਰ੍ਹਾਂ ਤੁਸੀਂ ਗੱਲ ਕਰ ਰਹੇ ਆਪਾਂ ਨਸ਼ਿਆਂ ਦਾ, ਇੱਕ ਮੈਸੇਜ ਤੁਹਾਡਾ ਜਾਂ ਤੁਹਾਨੂੰ ਕਿੱਦਾਂ ਲੱਗਦਾ ਕਿ ਯੂਥ ਕਿਉਂ ਇਸ ਪਾਸੇ ਜਾ ਰਿਹਾ, ਉਹਦਾ ਰੀਜ਼ਨ ਤੁਹਾਨੂੰ ਕੀ ਲੱਗਦਾ? ਇਹ ਐਕਚੁਅਲੀ ਬਹੁਤ ਗਹਿਰਾ ਸਵਾਲ ਹੈ ਯਾਰ। ਮਲਟੀਪਲ ਰੀਜ਼ਨਸ ਹੋਣਗੇ। ਜੇ ਮੈਂ ਯੂ نو ਕਿਉਂਕਿ ਮੇਰੀ ਫਿਲਮ ਦੇ ਦੌਰਾਨ ਯੂ نو ਜਦੋਂ ਮੈਂ ਹੀਰਾ ਅਨਸਟਾਪੇਬਲ ਡਾਇਰੈਕਟ ਕੀਤੀ ਸੀ, ਉਹਦੇ 'ਚ ਇੱਕ ਪਾਰਟ ਸੀਗਾ ਜਿੱਥੇ ਆਪਾਂ ਡਰੱਗਸ ਯੂ نو ਦਿਖਾਏ ਸੀ, ਤਾਂ ਜਿੰਨਾ ਅਸੀਂ ਰਿਸਰਚ ਕੀਤਾ, ਐਜ਼ ਆਈ ਸੈਡ ਬਹੁਤ ਯੰਗ ਏਜ ਤੋਂ ਬੱਚਿਆਂ ਨੂੰ ਯੂ نو ਵਰਗਲਾਇਆ ਜਾ ਰਿਹਾ ਯੂ نو ਬਾਈ ਹੂਸੋਐਵਰ ਜਿਹੜੇ ਵੇਚ ਰਹੇ ਨੇ ਹੈ ਨਾ। ਇਨੀਸ਼ੀਅਲੀ ਉਹਨਾਂ ਨੂੰ ਜਿੱਦਾਂ ਆਪਾਂ ਸੁਣਦੇ ਹਾਂ, ਜਿੱਦਾਂ ਮੈਂ ਰਿਸਰਚ ਵਾਲਿਆਂ ਤੋਂ ਯੂ نو ਮੈਂ ਆਪਾਂ ਕੀਤਾ ਤੇ ਜੋ ਸਮਝਿਆ, ਪਹਿਲਾਂ ਤੁਹਾਨੂੰ ਯੂ نو ਜਾਂ ਕਿੱਦਾਂ ਹੁੰਦਾ ਕਿ ਆਪਸ ਵਿੱਚ ਯੂ نو ਜਦੋਂ ਸਾਰੇ ਬੱਚੇ ਹੁੰਦੇ ਆ ਤੇ ਕੋਈ ਇੱਕ ਚੱਕਦਾ ਉਹਨੂੰ, ਉਹ ਤੂੰ ਨਹੀਂ ਕਰ ਸਕਦਾ, ਉਹ ਤੇਰੇ ਤੋਂ ਨਹੀਂ ਹੋਏਗਾ, ਤੂੰ ਡਰਪੋਕ ਹੈ, ਤੂੰ ਮੰਮੀ ਦੇ ਯੂ نو ਕੁਝ ਤੇ ਜਾ ਕੇ ਵੜ ਜਾ, ਤੂੰ ਤੇਰੇ ਤੋਂ ਨਹੀਂ ਹੋਣਾ, ਫੂਕ ਛਕਾ ਕੇ ਹੈ ਨਾ, ਡਿਫਰੈਂਟ ਵੇਜ਼ ਆਫ ਡੂਇੰਗ ਇਟ ਹੈ ਨਾ। ਕੋਈ ਕਹਿੰਦਾ ਕਿ ਕਰਕੇ ਦੇਖ, ਦਿਸ ਇਜ਼ ਸੋ ਕੂਲ ਹੈ ਨਾ। ਐਂਡ ਜਿਹੜਾ ਮਾਈਂਡਸੈਟ ਹੋ ਗਿਆ ਉਹ ਨਾ ਯੂਥ ਦਾ, ਤੇ ਹੁਣ ਬਿਕਾਜ਼ ਆਫ ਦ ਸੋਸ਼ਲ ਮੀਡੀਆ, that's what I feel ਬਹੁਤ ਇੱਕ wrong definition ਹੈ। ਉਹਨਾਂ ਨੂੰ ਲੱਗਦਾ ਕਿ this is what being cool is or this is what being you know yo is, which is very very wrong। ਫਿਰ ਨਸ਼ਾ ਅਵੇਲੇਬਲ ਕਿਉਂ ਹੈ? ਸਭ ਤੋਂ ਵੱਡਾ ਯੂ نو ਕਾਰਨ ਨਸ਼ਾ ਕਿਉਂ ਇੰਨਾ ਮੈਸਿਵਲੀ ਅਵੇਲੇਬਲ ਹੈ ਕਿ ਛੋਟੇ ਛੋਟੇ ਸਕੂਲ ਦੇ ਬੱਚਿਆਂ ਤੱਕ ਕੋਲ ਪਹੁੰਚ ਰਿਹਾ ਹੈ, ਕਾਲਜ ਦੇ ਬੱਚਿਆਂ ਕੋਲ ਪਹੁੰਚ ਰਿਹਾ। ਮੈਂ ਦੁਬਾਰਾ ਕਹੂੰਗੀ, ਜਦੋਂ ਮੈਂ ਇੱਕ ਹੋਰ ਫਿਲਮ ਦੀ ਸ਼ੂਟਿੰਗ ਕਰ ਰਹੀ ਸੀ ਐਂਡ ਅਸੀਂ ਲਾਈਕ ਯੂ نو ਚੰਡੀਗੜ੍ਹ ਤੋਂ ਰੋਜ਼ ਇੰਟੀਰੀਅਰ ਜਾਂਦੇ ਸੀਗੇ ਪੰਜਾਬ ਯੂ نو, ਤੇ ਜਿਹੜਾ ਮੁੰਡਾ ਜਿਹੜੀ ਗੱਡੀ ਮੇਰੇ ਨਾਲ ਲੱਗੀ ਹੋਈ ਸੀ, ਉਹ ਮੈਨੂੰ ਹੀ ਵਾਜ਼ ਲਾਈਕ ਕਿ ਮੈਮ ਤੁਸੀਂ ਮੇਰੇ ਨਾਲ ਚੱਲਿਓ ਇੱਥੇ ਰੇਲਵੇ ਟਰੈਕ ਤੇ ਜਾ ਕੇ ਤੁਸੀਂ ਦੇਖਿਓ ਕਾਲਜ ਦੇ ਪਿੱਛੇ ਸਾਰੇ ਮੁੰਡੇ ਕੁੜੀਆਂ ਕਿੱਦਾਂ ਲੱਗੇ ਹੁੰਦੇ ਆ, ਇੰਨਾ ਮਾੜਾ ਹਾਲ ਹੈ। ਆਈ ਥਿੰਕ ਕਿਤੇ ਨਾ ਕਿਤੇ ਥੋੜਾ ਪੇਰੈਂਟਸ ਦਾ ਵੀ ਕਸੂਰ ਹੈ ਕਿ ਸਾਰੇ ਨਾ ਕੁਛ ਜ਼ਿਆਦਾ ਬਿਜ਼ੀ ਹੋ ਗਏ ਆ ਕੰਮ 'ਚ, ਤਾਂ ਹਮੇਸ਼ਾ ਤੋਂ ਬਿਜ਼ੀ ਸੀ, ਹੁਣ ਇਹ ਜਿਹੜਾ ਐਕਸਟਰਾ ਮੋਬਾਈਲ ਫੋਨਸ 'ਚ ਬਿਜ਼ੀ ਹੋ ਗਿਆ ਨਾ ਸਾਰਿਆਂ ਦੀ ਲਾਈਫ, ਉਹਦੇ ਕਰਕੇ ਤੁਸੀਂ ਇੱਕ ਜਿਹੜਾ ਪਰਸਨਲ ਇੰਟਰੈਕਸ਼ਨ ਹੈ ਬਹੁਤ ਘੱਟ ਹੋ ਗਿਆ। ਬੱਚਿਆਂ ਦਾ ਵੀ ਯੂ نو ਪਰਸਨਲ ਇੰਟਰੈਕਸ਼ਨ ਆਫ ਮੂਵਿੰਗ ਆਊਟ ਯੂ نو, ਖੇਡ ਜਿਹੜੇ ਆਪਾਂ ਐਕਚੁਅਲ ਬਾਹਰ ਜਾ ਕੇ ਖੇਡਦੇ ਹਾਂ, ਸਭ ਕੁਛ ਯੂ نو ਫੋਨਸ ਤੇ, ਸਭ ਕੁਛ ਗੇਮਸ ਤੇ। ਲਾਈਫ ਤੁਹਾਡੀ ਬਹੁਤ ਖਰਾਬ ਯੂ نو ਹੋ ਗਈ ਹੈ ਉਹਨਾਂ ਸਾਰੇ ਕਰਕੇ। ਸੋ ਮਲਟੀਪਲ ਰੀਜ਼ਨਸ ਹੈ ਆਈ ਥਿੰਕ ਯੂ نو, ਐਂਡ ਇਟਸ ਵੈਰੀ ਸੈਡ। ਤੁਹਾਡਾ ਯੂਥ ਲਾਈਕ ਮੈਂ I don't drink, I don't smoke anything, you know, people do, which is okay, you know, if anybody is doing, but what I say is ਕਿ ਤੁਹਾਨੂੰ ਲਾਈਫ ਇੰਜੋਏ ਕਰਨ ਲਈ ਇਹ ਮਤਲਬ ਕੋਈ ਇਹ ਨਹੀਂ ਹੈਗਾ ਕਿ ਤੁਸੀਂ ਇਹ ਨਹੀਂ ਕੀਤਾ ਤਾਂ ਤੁਸੀਂ ਲਾਈਫ, ਮਤਲਬ ਇਹ ਨਹੀਂ ਹੈ ਕਿ ਡਰਿੰਕ ਕਰੋ ਜਾਂ ਸਮੋਕ ਕਰੋ, you should be high on life। ਹਾਂ, ਤੁਸੀਂ ਕੋਈ ਵੀ ਇਦਾਂ ਦੀ ਚੀਜ਼ ਕਰ ਰਹੇ ਹੋ ਜਿਹਦੇ ਤੁਸੀਂ ਗੁਲਾਮ ਬਣ ਗਏ, ਉਹ ਕਦੇ ਵੀ ਚੰਗਾ ਨਹੀਂ ਹੋ ਸਕਦਾ। ਤੁਸੀਂ ਉਹ ਕਦੇ ਵੀ ਚੰਗਾ ਨਹੀਂ ਹੋ ਸਕਦਾ। ਬਾਲੀਵੁੱਡ ਦੇ ਵਿੱਚ ਤੁਸੀਂ ਕਾਫੀ ਕੁਝ ਦੇਖਿਆ ਹੋਵੇਗਾ, ਉੱਥੇ ਦਾ ਕਲਚਰ ਵੀ ਤੁਹਾਨੂੰ ਕਿੱਦਾਂ ਲੱਗਦਾ? ਉੱਥੇ ਸਮੋਕ ਡਰਿੰਕ ਆਮ ਗੱਲ ਹੋਏਗੀ ਉੱਥੇ? ਰਾਈਟ, I think smoke drink, you know, frankly ਬਹੁਤ ਆਮ ਹੋ ਗਿਆ, but not just like Bombay, even ਸਾਡੇ ਪੰਜਾਬ 'ਚ ਬਹੁਤ like you know, ਜੇ ਤੁਸੀਂ ਪਾਰਟੀ ਸਰਕਲ 'ਚ ਆਮ ਇੱਥੇ ਵੀ ਜਾਂਦੇ ਹੋ, ਮਤਲਬ ਲੋਕੀ ਆਮ ਕਰਦੇ ਆ you know, ਤੇ ਜੇ ਤੁਸੀਂ ਹੁਣ ਅੱਜ ਮਤਲਬ ਤੁਸੀਂ ਇਟਸ ਉਹ ਵਾਲਾ ਟਾਈਮ ਨਹੀਂ ਰਿਹਾ ਜਦੋਂ ਯੂ نو that you would raise a eyebrow ਕਿ oh okay you know, ਉਹਦਾ ਤਾਂ ਨਹੀਂ ਹੈ। ਜੇ ਤੁਸੀਂ ਕਰੋਗੇ ਤਾਂ you will be like oh why you are like the odd man out over there। So it's become you know very much part of the society, but again I say
ਕਿ ਐਨੀ ਚੀਜ਼, ਕੋਈ ਵੀ ਚੀਜ਼ ਜਿਹੜੀ ਤੁਹਾਡੀ ਸਿਹਤ ਨੂੰ ਖਰਾਬ ਕਰ ਰਹੀ ਹੈ ਜਾਂ ਜਿਹਦੇ ਤੁਸੀਂ ਗੁਲਾਮ ਬਣ ਗਏ, ਜਿਹਦੇ ਕਰਕੇ ਤੁਸੀਂ ਰਹਿ ਨਹੀਂ ਸਕਦੇ, ਉਹ ਕਦੇ ਵੀ ਚੰਗੀ ਨਹੀਂ ਹੈਗੀ ਆ। ਨਾਲੇ ਤੁਹਾਨੂੰ ਮਿਲ ਕੀ ਰਿਹਾ ਉਹਦੇ ਕਰਕੇ, ਆਈ ਡੋਨਟ ਅੰਡਰਸਟੈਂਡ। ਜਿਸ ਤਰ੍ਹਾਂ ਤੁਸੀਂ ਸਾਊਥ ਦੀਆਂ ਫਿਲਮਾਂ ਕੀਤੀਆਂ, ਬਾਲੀਵੁੱਡ ਦੀ ਫਿਲਮ ਕੀਤੀ, ਜੀ ਜੀ, ਤੇ ਇਹ ਸਾਰੀ ਸਾਰਥਕ ਜਿਹੜੇ ਮੈਸੇਜ ਸੀ ਉਹਨਾਂ ਨੂੰ ਲੈ ਕੇ ਕੀਤੀਆਂ, ਬਹੁਤ ਜੀ, ਜ਼ਿਆਦਾ ਬਹੁਤ ਚੀਜ਼ਾਂ ਕੋਸ਼ਿਸ਼ ਤੁਹਾਡੇ ਕੀਤੀ। ਨਾਲ ਨਿਕਲ ਚੱਲਦੀਆਂ ਨੇ। ਜੀ ਪਰ ਇੱਕ ਫਿਲਮ ਆਈ ਸੀ ਯਾਰਾ ਉਹ ਦਿਲਦਾਰਾ, ਜੀ, ਉਹਦੇ ਵਿੱਚ ਇੱਕ ਨਿਵੇਕਲ ਜਿਹਾ ਰੂਪ ਨੂੰ ਕਿਸ ਤਰ੍ਹਾਂ ਹੰਢਾਇਆ ਤੁਸੀਂ? ਵਧੀਆ ਸੀਗਾ ਉਹ, ਕਿਉਂਕਿ ਆਈ ਮੀਨ ਆਈ ਥਿੰਕ ਐਜ਼ ਐਨ ਐਕਟਰ ਤੁਸੀਂ ਚਾਹੁੰਦੇ ਹੋ ਕਿ ਮੈਂ ਹਰ ਕਿਸਮ ਦਾ ਰੋਲ ਕਰਾਂ, ਤੇ ਉਹ ਵੀ ਬਹੁਤ ਵਧੀਆ ਸੀਗਾ, ਲਾਈਕ ਅ ਪਿਓਰ ਲਵ ਸਟੋਰੀ ਐਂਡ ਡਿਫਰੈਂਟ ਫੀਲਿੰਗਸ, ਇਮੋਸ਼ਨਸ, ਵਧੀਆ ਸੀਗਾ। that was a beautiful part of being an actor. ਮਲਕੀਤ ਤੂਤ ਕਤੂਤੀਆਂ ਵਾਲਾ, ਜਿਸ ਨੂੰ ਆਪਾਂ ਹਾਂਜੀ, ਨਾਲ ਸੱਦਾ ਹੈ, ਹਾਂਜੀ, ਜਸਵੀਰ ਜੱਸੀ, ਦਿਲ ਜੀ, ਲਈ ਕੁੜੀ ਗੁਜਰਾਤ ਦੀ, ਹਾਂਜੀ, ਹਾਂਜੀ, ਤੇ ਹੋਰ ਬਹੁਤ ਸਾਰੇ ਜੀ, ਸਿੰਗਰਾਂ ਦੇ ਤੁਸੀਂ ਹਿੱਸਾ ਬਣਿਆ ਉਹਨਾਂ ਦੇ ਜੀ ਗੀਤਾਂ ਦਾ। ਜੀ ਜੀ ਤੇ ਅਦਾਕਾਰੀ ਤੇ ਜਿਹੜੀ ਮਾਡਲਿੰਗ ਹੈ, ਜੀ, ਖਾਸ ਕਰਕੇ ਗੀਤਾਂ ਦੀ, ਉਹਨਾਂ ਨੂੰ ਜੀ। ਤੁਸੀਂ ਕਿਸ ਤਰ੍ਹਾਂ ਲੈ ਰਹੇ ਹੋ? ਆਈ ਥਿੰਕ ਮੈਂ ਬਹੁਤ ਘੱਟ ਗਾਣੇ ਕੀਤੇ ਆ, ਪਰ ਜਿਹੜੇ ਵੀ ਗਾਣੇ ਕੀਤੇ ਆ ਮੈਂ ਅਦਾਕਾਰੀ ਵਾਲੇ ਕੀਤੇ ਆ ਜ਼ਿਆਦਾਤਰ, ਹੈ ਨਾ। ਚਾਹੇ ਪੇਕੇ ਹੁੰਦੇ ਮਾਵਾ ਤੋਂ ਲੈ ਕੇ ਰੂਹ ਦਾ ਹਾਨੀ ਤੱਕ, ਵਿਦ ਸਾਰੇ ਉਹ ਗਾਣੇ ਇੱਦਾਂ ਦੇ ਸੀਗੇ ਜਿਨ੍ਹਾਂ ਵਿੱਚ ਅਦਾਕਾਰੀ ਸੀਗੀ, ਮਾਡਲਿੰਗ ਘੱਟ ਸੀਗੀ। ਸਾਰੇ ਸੌਂਗਸ ਜਿਹੜੇ ਸੀਗੇ ਉਹ ਇਮੋਸ਼ਨ ਬੇਸ ਸੀਗੇ, ਐਕਸਪ੍ਰੈਸ਼ਨ ਬੇਸ ਸੀਗੇ। ਸੋ that was extension of you being an actor. ਤੇ ਹਰ ਇੱਕ ਸਿੰਗਰ ਦਾ ਇੱਕ ਆਪਣਾ ਇੱਕ ਆਪਣਾ ਉਹਨਾਂ ਦਾ ਇੱਕ ਔਰਾ ਹੁੰਦਾ ਹੈ, ਉਸ ਗੀਤ ਦਾ ਆਪਣਾ ਔਰਾ ਹੁੰਦਾ ਹੈ, ਮਿਊਜ਼ਿਕ ਦਾ ਹੁੰਦਾ ਹੈ। ਫਿਰ ਐਜ਼ ਐਨ ਐਕਟਰ ਤੁਸੀਂ ਕਿੱਦਾਂ ਉਹਨੂੰ enhance ਕਰਦੇ ਹੋ, ਤੁਸੀਂ what best you can put from your side, ਤੁਸੀਂ ਉਹ ਕਰਨਾ ਚਾਹੁੰਦੇ ਹੋ। ਸੋ ਸਾਰੇ ਹੀ ਬਹੁਤ ਹੀ ਵਧੀਆ ਐਕਸਪੀਰੀਅੰਸ ਰਹੇ ਹੈ ਨਾ। ਚਾਹੇ when I worked with ਮਲਕੀਤ ਜੀ, it was like ਤੇ it was like so good to see him, ਕਿ ਅਸੀਂ ਉਹਨਾਂ ਨੂੰ ਤੂਤਕ ਤੂਤੀਆਂ ਤੋਂ ਵੀ ਦੇਖਿਆ, ਤੇ ਹੁਣ ਵੀ he is the same. ਯਾਰ ਇੱਕ ਕਿਉਂ ਨਹੀਂ ਤਾਂ ਬਾਲੀਵੁੱਡ ਦੇ ਵਿੱਚ ਪਿੱਛੇ ਕਲਚਰ ਰਿਹਾ, ਕਾਫੀ ਚਰਚਾਵਾਂ ਵੀ ਰਹੀਆਂ ਕਿ ਬਿਹਾਈਂਡ ਦਾ ਕਰਟਨ ਬਹੁਤ ਕੁਝ ਹੁੰਦਾ, ਕਾਸਟਿੰਗ ਕਾਊਚ, ਮੀ ਟੂ ਬਾਅਦ ਚੱਲਿਆ। ਜੀ ਜੀ ਜੀ, ਤੁਹਾਨੂੰ ਕਦੇ ਐਵੇਂ ਦਾ ਐਕਸਪੀਰੀਅੰਸ ਜਾਂ ਤੁਹਾਡੇ ਨਾਲ ਦੇ ਕੋਈ ਐਵੇਂ ਦਾ ਤੁਹਾਨੂੰ ਲੱਗਿਆ ਕਿ ਵਾਕਈ ਹੈ ਜਾਂ ਇਹ ਸਿਰਫ ਸੋਸ਼ਲ? ਜੇ ਮੈਂ ਕਹਾਂ ਨਹੀਂ ਹੈ ਤੇ ਗਲਤ ਹੋਏਗਾ, ਡੈਫੀਨਿਟਲੀ ਹੈ। ਮੈਨੂੰ ਐਕਸਪੀਰੀਅੰਸ ਡਾਇਰੈਕਟ ਨਹੀਂ ਹੋਇਆ, ਸ਼ਾਇਦ ਬਿਕੋਜ਼ ਜਿੱਦਾਂ ਮੈਂ ਕਿਹਾ ਕਿ ਮੇਰੀ ਸ਼ੁਰੂਆਤ ਇੱਦਾਂ ਹੋਈ ਸੀਗੀ ਕਿ ਮੈਨੂੰ ਕੋਈ ਸ਼ੌਂਕ ਨਹੀਂ ਸੀਗਾ, ਤੇ ਸਾਹਮਣੇ ਤੋਂ ਚੀਜ਼ਾਂ ਆਈਆਂ। ਤਾਂ ਆਈ ਥਿੰਕ ਇੱਕ ਜਦੋਂ ਤੁਸੀਂ ਮੈਂ ਹਮੇਸ਼ਾ ਇੰਗਲਿਸ਼ ਦਾ ਵਰਡ ਅਸੀਂ ਕਹਿੰਦੇ ਨਾ ਕਿ ਡੋਂਟ ਬੀ ਸੱਚ ਅ ਵਾਨਾਬੀ, ਕਿ ਉਹ ਮੈਨੂੰ ਚਾਹੀਦਾ, ਉਹ ਨਹੀਂ ਸੀਗਾ। ਇੱਕ ਠਹਿਰ, ਇੱਕ ਉਹ ਸੀਗਾ ਕਿ ਕੋਈ ਚੀਜ਼ ਮੈਨੂੰ ਵਧੀਆ ਲੱਗ ਰਹੀ ਹੈ ਮੈਂ ਫੇਰ ਕਰਨੀ ਹੈ, ਜੋ ਚੀਜ਼ ਮੈਨੂੰ ਚੰਗੀ ਲੱਗ ਰਹੀ ਹੈ ਮੈਂ ਤਾਂ ਕਰਨੀ ਆ। ਇੱਕ ਪੋਸੀਬਲੀ ਸ਼ਾਇਦ ਮੇਰੀ ਇੱਕ ਇਮੇਜ ਇੱਦਾਂ ਸੀਗੀ, ਸਾਹਮਣੇ ਵਾਲਿਆਂ ਨੂੰ ਡਰ ਲੱਗਦਾ ਸੀਗਾ ਕਿ ਇੱਦਾਂ ਦਾ ਕੁਝ ਕੀਤਾ ਤੇ 2-4 ਪੈ ਹੀ ਜਾਣਗੇ। ਪੰਜਾਬੀਆਂ ਦੇ ਫੇਸ ਇੰਪ੍ਰੈਸ਼ਨ ਪੰਜਾਬੀਆਂ ਦਾ ਮੈਂ ਐਂਟਰ ਬਾਅਦ ਚ ਕਰਦੀ ਸੀ ਨਾ, ਪਹਿਲੇ ਕਹਿੰਦੇ ਸੀ ਯੂ ਆਰ ਅ ਪੰਜਾਬੀ, ਹਾਊ ਡੂ ਯੂ ਨੋ, ਨਹੀਂ ਦੇਖ ਕੇ ਪਤਾ ਚਲता है आपको, रंग रूप से एंड ऑल। सो बट कास्टिंग काउच एंड ऑल है ਉਹਨਾਂ ਵੀ ਨਹੀਂ ਹੈਗਾ ਜਿੰਨਾ ਤੁਸੀਂ ਸਮਟਾਈਮਸ ਸੁਣਦੇ ਹੋ, ਦੇਖਦੇ ਹੋ। ਐਂਡ ਅਗੇਨ ਬਿਕਾਜ਼ ਆਫ ਸੋਸ਼ਲ ਮੀਡੀਆ ਆਈ ਫੀਲ ਹਰ ਚੀਜ਼ ਨੂੰ ਬਹੁਤ ਓਵਰ ਐਗਜ਼ੈਜਰੇਟ ਕੀਤਾ ਜਾਂਦਾ। ਮੈਂ ਇੱਕ ਚੀਜ਼ ਫਿਰ ਕਹੂੰਗੀ, ਦਰਸ਼ਕਾਂ ਨੂੰ ਵੀ ਕਹੂੰਗੀ, ਜਿਹੜੇ ਬੱਚੇ ਹੁਣ ਆਉਣਾ ਚਾਹੁੰਦੇ ਆ ਇੰਡਸਟਰੀ ਵਿੱਚ, ਜਦੋਂ ਤੁਸੀਂ ਕੁਝ ਕਰਨਾ ਚਾਹੁੰਦੇ ਹੋ ਤੁਹਾਡੇ ਕੁਛ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਮੈਂ ਕੀ ਕਰਨਾ, ਮੇਰੇ ਵੈਲਿਊਜ਼ ਕੀ ਨੇ, ਹੈ ਨਾ। ਐਂਡ ਲਰਨ ਟੂ ਸੇ ਨੋ, NO, नो, ਸੇ ਨੋ, ਹੈ ਨਾ। ਤੋ ਇਹ ਜਿਹੜਾ ਡਰ ਹੈ ਨਾ ਕਿ ਮੈਨੂੰ ਕੰਮ ਨਹੀਂ ਮਿਲੇਗਾ, ਕੋਈ ਵੀ ਤੁਹਾਨੂੰ ਸਿਰਫ ਫਜ਼ੂਲ ਦੀ ਚੀਜ਼ਾਂ ਲਈ ਇੰਨੇ ਵੱਡੇ ਪ੍ਰੋਜੈਕਟ ਨਹੀਂ ਦੇ ਦੇਗਾ, ਹੈ ਨਾ। ਉਹਨਾਂ ਦਾ ਕਰੋੜਾਂ ਰੁਪਇਆ ਲੱਗਿਆ ਹੁੰਦਾ ਫਿਲਮਾਂ ਤੇ ਪ੍ਰੋਜੈਕਟਸ ਤੇ ਉੱਤੇ, ਸਿਰਫ ਇਹਨਾਂ ਚੀਜ਼ਾਂ ਕਰਕੇ ਤੁਹਾਨੂੰ ਕਿਸੇ ਨੇ ਕੰਮ ਨਹੀਂ ਦੇ ਦੇਣਾ। ਸੋ ਲਰਨ ਟੂ ਸੇ ਨੋ, ਤੁਹਾਡੇ ਕ੍ਰਾਫਟ ਤੇ ਕੰਮ ਕਰੋ, ਉਸ ਲੈਵਲ ਤੇ ਪਹੁੰਚੋ ਕਿ ਜਦੋਂ ਤੁਸੀਂ ਖੜੇ ਹੋ ਤਾਂ it should make a director और producer feel कि यार ये फ्रेम में होगा तो क्या बात है, ये चाहिए मुझे अदाकार, है ना। बट नीड बन, जरूरत बन जो, जरूरत बनो। बाकी है जरूर है, बट यू हैव एज आई सेड बी केयरफुल, से नो, है ना। इदां दा ਤਾਂ ਕੁਝ ਹੈ ਨਹੀਂ ਕਿ ਤੁਸੀਂ ਨਾ ਨਹੀਂ ਕਹਿ ਸਕਦੇ, ਨਾ ਕਹੋ, ਨਿਕਲੋ। ਯੂਨਾਈਟ ਹੋਣ ਦੀ ਵੀ ਲੋੜ ਹੈ। ਮੈਂ ਇੱਕ ਚੀਜ਼ ਹੋਰ ਕਹੂੰਗੀ, ਇੱਕ ਪ੍ਰੋਬਲਮ ਆਈ ਮੀਨ ਆਈ ਡੋਂਟ ਨੋ ਕਹਿਣੀ ਚਾਹੀਦੀ, ਬਟ ਮੈਂ ਕਹੂੰਗੀ ਕਿ ਬਹੁਤ ਵਾਰੀ ਇੱਦਾਂ ਵੀ ਹੁੰਦਾ ਹੈ ਕਿ ਜਦੋਂ ਕੁੜੀਆਂ, ਜਦੋਂ ਤੁਸੀਂ ਮੀ ਟੂ ਦਾ ਰੈਫਰੈਂਸ ਦਿੱਤਾ, ਜਦੋਂ ਕੁੜੀਆਂ ਵਿਚਾਰੀਆਂ ਸਾਹਮਣੇ ਸਾਰੇ ਸੱਚ ਵੀ ਨਹੀਂ ਕਹਿੰਦੇ, ਬਹੁਤ ਸਾਰੀਆਂ ਪੋਲਿਟਿਕਸ ਹੋ ਜਾਂਦੀਆਂ, ਬਹੁਤ ਪੋਲਿਟਿਕਸ ਹੋ ਜਾਂਦੀ ਹੈ ਜਦੋਂ ਕੋਈ ਕਿਸੇ ਨੂੰ ਜਸਟ ਵਾਂਟਸ ਟੂ ਰਬ ਵੈਂਡੇਟਾ ਦੇ ਕਰਕੇ ਕਰ ਦਿੰਦਾ। ਬਟ ਇੱਦਾਂ ਵੀ ਹੁੰਦਾ ਹੈ ਕਿ ਜਦੋਂ ਕੋਈ ਸਹੀ ਬੰਦਾ ਕਹਿੰਦਾ,
ਉਹਦੇ ਪਿੱਛੇ 10 ਬੰਦੇ ਪੈ ਜਾਂਦੇ ਆ ਕਿ ਪਹਿਲੇ ਕਿਉਂ ਨਹੀਂ ਕੀਤਾ, ਇਦਾਂ ਕਿਉਂ ਨਹੀਂ ਹੋਇਆ। ਜਦੋਂ ਕਿਸੇ ਦੇ ਨਾਲ ਇਦਾਂ ਦੀ ਕੋਈ ਚੀਜ਼ ਹੁੰਦੀ ਹੈ, ਇਟ ਟੇਕਸ ਟਾਈਮ ਟੂ ਗੈਟ ਦੀ ਕਰੇਜ ਕਿ ਤੁਸੀਂ ਪਬਲਿਕ ਪਲੇਟਫਾਰਮ ਤੇ ਆਓ ਤੇ ਬੋਲੋ ਤੇ ਸ਼ੇਅਰ ਕਰੋ, ਹੈ ਨਾ। ਤੁਹਾਡਾ ਮਾਈਂਡਸੈਟ ਵੀ ਉਹਨਾਂ ਸਟਰੋਂਗ ਹੋਣਾ ਚਾਹੀਦਾ। ਕਦੇ ਕਦੇ ਬਹੁਤ ਟਾਈਮ ਲੱਗ ਜਾਂਦਾ ਕਿਸੇ ਨੂੰ ਉਸ ਲੈਵਲ ਤੇ ਪਹੁੰਚਣ ਲਈ, ਤਾਂ ਸਪੋਰਟ ਕਰਨਾ ਚਾਹੀਦਾ ਫਿਰ ਦੇਖ ਕੇ ਕਿ ਬੰਦਾ ਸਹੀ ਹੈ ਕਿ ਗਲਤ ਹੈ। ਅੱਛਾ, ਇਸ ਗੱਲ ਨੂੰ ਮੈਂ ਥੋੜੀ ਹੋਰ ਅੱਗੇ ਬਤਾਉਣਾ, ਜਿਸ ਤਰ੍ਹਾਂ ਕਿ ਮਾਡਲਿੰਗ ਦੇ ਖੇਤਰ ਦੇ ਵਿੱਚ ਕਾਫੀ ਚਿਰ ਪਹਿਲਾਂ ਇਹ ਜਿਹੀ ਗੱਲਾਂ ਸੁਣਨ ਨੂੰ ਆਈਆਂ ਸੀ, ਤਾਂ ਤੁਸੀਂ ਇੱਕ ਐਸੋਸੀਏਸ਼ਨ ਬਣਾਈ ਚੰਡੀਗੜ੍ਹ ਦੀ ਮਾਡਲਿੰਗ, ਉਹਦੇ ਵਿੱਚ ਤੁਸੀਂ ਪ੍ਰਧਾਨ ਵੀ ਬਣੇ ਜੀ, ਆਵਾਜ਼ ਚੱਕੀ ਪ੍ਰਧਾਨ ਐਜ ਪ੍ਰਧਾਨ ਦੇ ਤੌਰ ਤੇ। ਤੇ ਉਹਦੇ ਵਿੱਚ ਜਿਹੜੀਆਂ ਲੜਕੀਆਂ ਦਾ ਕੁਝ ਮਨੋਬਲ ਉੱਚਾ ਹੋਇਆ? ਬਿਲਕੁਲ ਬਹੁਤ ਉੱਚਾ ਹੋਇਆ ਸੀ। ਆਈ ਥਿੰਕ ਅਸੀਂ ਸਾਰੇ ਇੰਨੇ ਛੋਟੇ ਸੀਗੇ ਤੇ ਚੰਡੀਗੜ੍ਹ ਮਾਡਲ ਐਸੋਸੀਏਸ਼ਨ ਪਹਿਲੀ ਪੂਰੇ ਆਈ ਥਿੰਕ ਕੰਟਰੀ ਚ ਪਹਿਲੀ ਬੋਡੀ ਸੀਗੀ ਵਿਚ ਵਾਸ ਅ ਰਜਿਸਟਰਡ ਬੋਡੀ ਫॉर द ਮੋਡਲਸ, ਹੈ ਨਾ। ਤੇ ਮਤਲਬ ਫਿਰ ਹਾਂਜੀ ਬਿਲਕੁਲ ਲੋਕਾਂ ਨੂੰ ਫਿਰ ਇਹ ਡਰ ਲੱਗਣ ਸ਼ੁਰੂ ਹੋ ਗਿਆ ਸੀਗਾ ਕਿ ਕੁਝ ਕਰਾਂਗੇ ਤਾਂ ਸਾਰੇ ਇਕੱਠੇ ਹੋਣਗੇ। ਆਈ ਥਿੰਕ ਉਹੀ ਜਦੋਂ ਅਸੀਂ ਕਹਿੰਦੇ ਹਾਂ ਮੁੱਠੀ ਦੀ ਪਾਵਰ, ਯੂਨਿਟੀ ਦੀ ਪਾਵਰ ਬਹੁਤ ਜ਼ਿਆਦਾ ਹੈ ਜਦੋਂ ਤੁਸੀਂ ਇਕੱਠੇ ਹੋ ਜਾਂਦੇ ਹੋ। ਜਦੋਂ ਅਸੀਂ ਇਹ ਸਮਝਦੇ ਹਾਂ ਨਾ ਕਿ ਲਾਈਕ ਮੈਂ ਹਾਂ ਤੇ ਕੋਈ ਹੋਰ ਕੁੜੀ ਹੈ ਜਾਂ ਕੋਈ ਹੋਰ ਮੁੰਡਾ ਹੈ, ਉਹ ਮੇਰਾ ਫੇਸ ਫਰਕ ਹੈ, ਮੇਰੀ ਕਲਾਕਾਰੀ ਡਿਫਰੈਂਟ ਹੋਏਗੀ, ਉਹਨਾਂ ਦਾ ਫਰਕ ਹੋਏਗਾ, ਤੇ ਸਾਰਿਆਂ ਲਈ ਕੰਮ ਹੈਗਾ। ਜਦੋਂ ਲੋਕੀ ਆਪਸ 'ਚ ਕੰਪੀਟ ਕਰਨਾ ਸ਼ੁਰੂ ਕਰ ਦਿੰਦੇ ਆ, ਫਿਰ ਇੱਕ ਦੂਜੇ ਨੂੰ ਸਪੋਰਟ ਨਹੀਂ ਕਰਦੇ, ਫਿਰ ਇੱਕ ਦੂਜੇ ਦੀਆਂ ਲੱਤਾਂ ਖਿੱਚਣਾ ਸ਼ੁਰੂ ਕਰ ਦਿੰਦੇ ਆ। ਬਟ ਜਦੋਂ ਤੁਸੀਂ ਇਕੱਠੇ ਹੋ ਜਾਂਦੇ ਹੋ, ਹੈ ਨਾ, ਐਂਡ ਵੈਨ ਯੂ ਅੰਡਰਸਟੈਂਡ ਕਿ ਯਾਰ ਵਧਣਾ, ਮਿਲ ਕੇ ਵਧ ਰਹੇ ਹਾਂ, ਵੀ ਆਰ ਗੁੱਡ, ਫਿਰ ਯੂ ਗੋ ਸਟਰੋਂਗਰ। ਐਂਡ ਫਿਰ ਕੋਈ ਸਾਰੇ ਸਟਰੋਂਗ ਹੋ ਗਏ ਸੀ। ਆਈ ਥਿੰਕ ਐਵਰੀਬਡੀ ਵਾਜ਼ ਇੰਜੋਇੰਗ ਦੈਟ ਫੇਜ਼ ਇਸ ਗੱਲ ਦੇ ਲਈ ਵੀ ਲੱਕੀ ਹੋ ਤੁਸੀਂ ਕਿ ਬਾਲੀਵੁੱਡ ਦੇ ਇੱਕ ਪ੍ਰਸਿੱਧ ਜਿਹੜੇ ਡਾਇਰੈਕਟਰ ਨੇ ਮਧੁਰ ਭੰਡਾਰਕਰ ਵਗੈਰਾ, ਉਹਨਾਂ ਨਾਲ ਵੀ ਤੁਸੀਂ ਕੰਮ ਕੀਤਾ। ਜੀ ਜੀ ਜੀ, ਉਹਨਾਂ ਤੋਂ ਵੀ ਕੁਝ ਸਿੱਖਣ ਦਾ ਮੌਕਾ ਮਿਲਿਆ? ਬਿਲਕੁਲ। ਆਈ ਮੀਨ ਮਧੁਰ ਇਜ਼ ਸੋ ਕੂਲ। ਇਨਫੈਕਟ ਜਦੋਂ ਮੈਂ ਮਧੁਰ ਹੋਰਿਆਂ ਦੀ ਫਿਲਮ ਕਰ ਰਹੀ ਸੀ ਮੁੰਬਈ ਮਿਸ, ਤੇ ਉਸ ਵੇਲੇ ਮੈਂ ਹੀਰ ਅਨਸਟਾਪੇਬਲ ਆਪਣੀ ਫਿਲਮ ਡਾਇਰੈਕਟ ਕੀਤੀ ਸੀ। ਤੇ ਮੈਨੂੰ ਉਸ ਵੇਲੇ ਸਾਰੇ ਕਹਿੰਦੇ ਸੀਗੇ ਕਿ ਯੂ ਆਰ ਐਨ ਐਕਟਰ, ਤੇ ਤੁਸੀਂ ਜੇ ਹੁਣ ਫਿਲਮ ਡਾਇਰੈਕਟ ਕਰੋਗੇ ਤੇ ਬਹੁਤ ਸਾਰੇ ਡਾਇਰੈਕਟਰ ਡਰਨ ਲੱਗ ਜਾਣਗੇ, ਦੇ ਮਾਈਟ ਨਾਟ ਕਾਸਟ ਯੂ ਬਿਕੋਜ਼ ਯੂ ਆਰ ਅ ਡਾਇਰੈਕਟਰ। ਸੋ ਆਈ ਵਾਜ਼ ਲਾਈਕ ਇੱਦਾਂ ਕਿਉਂ ਹੈ? ਆਈ ਥਿੰਕ ਮੈਂ ਹਮੇਸ਼ਾ ਤੋਂ ਇੱਕ ਜਿਹੜਾ ਨੋਰਮਲ ਥਾਟ ਪ੍ਰੋਸੈਸ ਹੈ ਨਾ, ਉਸ ਤੋਂ ਹਮੇਸ਼ਾ ਹਟ ਕੇ ਰਹੀ ਹਾਂ ਕਿ ਇੱਦਾਂ ਹੋਏਗਾ, ਇੱਦਾਂ ਨਹੀਂ ਕਰਨਾ, ਇੱਦਾਂ ਨਹੀਂ ਕਰਨਾ। ਜੋ ਸਹੀ ਹੈ, ਤੁਹਾਨੂੰ ਸਹੀ ਹੈ, ਸੱਚ ਹੈ, ਉਹਨੂੰ ਕਰੋ। ਸੋ ਮੈਂ ਮਧੁਰ ਦਾ ਰੂਪ ਜਿਹੜਾ ਦੇਖਿਆ, ਇਟ ਵਾਜ਼ ਸੋ ਗੁੱਡ। ਆਈ ਸਟਿਲ ਰਿਮੈਂਬਰ ਉਹਨਾਂ ਦੀ ਅਗਲੀ ਫਿਲਮ ਦਾ ਵੀ ਹਿੰਦੂ ਸਰਕਾਰ ਦਾ ਉਸ ਵੇਲੇ ਪੋਸਟ ਚੱਲ ਰਿਹਾ ਸੀਗਾ, ਐਂਡ ਆਈ ਰਿਮੈਂਬਰ ਹੀ ਵਾਜ਼ ਲਾਈਕ ਕਿ ਤੂੰ ਉਹਦਾ ਟ੍ਰੇਲਰ ਚੈੱਕ ਕਰ। So I was like, you are the director. He's like, no, even you are a director. I just check, give me your, your vision, your version, which was so good. तो ਤੁਸੀਂ ਕਿਸੇ ਵੀ ਸਿਕਿਉਰ ਇਨਸਾਨ ਦੀ ਇਹ ਪਹਿਚਾਣ ਹੈ ਜਦੋਂ ਤੁਸੀਂ ਕਹਿੰਦੇ ਹੋ ਨਾ ਕਿ ਅਸੀਂ ਮਿਲ ਕੇ ਕਰ ਰਹੇ ਹਾਂ। ਆਈ ਮੀਨ ਉਹਨਾਂ ਦੀ ਫਿਲਮ ਦੀ ਮੈਂ ਹੀਰੋਇਨ ਸੀਗੀ, ਬਟ ਹਾਂ ਦਿਸ ਵਾਸ ਸੋ ਬਿਊਟੀਫੁਲ। ਯਾ ਵਾਤਾਵਰਣ ਤੇ ਤੁਸੀਂ ਕੰਮ ਕਰ ਰਹੇ ਹੋ ਅੱਜ ਕੱਲ੍ਹ, ਉਹਦੇ ਬਾਰੇ ਕੁਝ ਕਹਿਣਾ ਚਾਹੋਗੇ? ਹਾਂ, ਬਹੁਤ ਜ਼ਿਆਦਾ। ਐਕਚੁਅਲੀ ਵਾਤਾਵਰਨ ਤੇ এনवायरमेंट ਤੇ ਜਦੋਂ ਕੰਮ ਇਹ ਵੀ ਐਕਸੀਡੈਂਟਲੀ ਸ਼ੁਰੂ ਕੀਤਾ। ਇਨ ਦ ਸੈਂਸ ਮੈਂ 2018 ਚ ਆਪਣੀ ਇੱਕ ਤਮਿਲ ਫਿਲਮ ਦੀ ਸ਼ੂਟਿੰਗ ਕਰ ਰਹੀ ਸੀ, ਐਂਡ ਕੇਰਲਾ ਜਦੋਂ ਮੇਨ ਫਲੱਡਸ ਆਏ ਸੀ, ਜੋ ਬਹੁਤ ਮੈਸਿਵ ਫਲੱਡਸ ਆਏ ਸੀਗੇ, ਤੇ ਮੇਰਾ ਪੂਰਾ ਯੂਨਿਟ ਅਸੀਂ ਉੱਥੇ ਸਟਕ ਸੀਗੇ, ਤੇ 10-15 ਦਿਨ ਅਸੀਂ ਉੱਥੇ ਫਸੇ ਸੀ। ਪਤਾ ਨਹੀਂ ਸੀਗਾ ਨਿਕਲਾਂਗੇ ਬਾਹਰ ਕਿ ਨਹੀਂ ਨਿਕਲਾਂਗੇ, ਹੈ ਨਾ। ਤੇ ਨੇਚਰ ਨਾਲ ਪਿਆਰ ਆਈ ਥਿੰਕ ਬਚਪਨ ਤੋਂ ਸੀਗਾ, ਹਮੇਸ਼ਾ ਤੋਂ ਸੀਗਾ। ਫਿਰ ਮੈਨੂੰ ਮੇਰੇ ਫਰੈਂਡਸ ਨੇ ਕਿਹਾ ਕਿ ਪਲੀਜ਼ ਡੂ ਸਮਥਿੰਗ ਅਬਾਊਟ ਇਟ। ਤੇ ਮੈਂ ਕਿਹਾ ਕਿ ਮੈਨੂੰ ਕਿਉਂ ਕਹਿ ਰਹੇ ਹੋ ਇੰਨੇ ਲੋਕ? ਲਾਈਕ ਨਹੀਂ, ਤੁਸੀਂ ਸੋਚਦੇ ਹੋ ਹੋਰਾਂ ਬਾਰੇ, ਸੋ ਯੂ ਡੂ ਸਮਥਿੰਗ। ਫਿਰ ਮੈਂ ਰਿਸਰਚ ਕਰਨੀ ਸ਼ੁਰੂ ਕੀਤੀ, ਐਂਡ ਜਦੋਂ ਫਸਟ ਡਾਕੂਮੈਂਟਰੀ ਬਣਾਈ ਇੰਡੀਆ ਦਾ ਗੋਲਡਨ ਸਪੈਰੋ ਡਿਜ਼ਾਸਟਰ ਰਿਸਕ ਰਿਡਕਸ਼ਨ, ਤੇ ਇਟ ਵਨ ਮੀ ਅ ਬੈਸਟ ਡਾਇਰੈਕਟਰ ਆਲਸੋ। ਇੰਟਰਨੈਸ਼ਨਲ ਫਿਲਮ ਫੈਸਟੀਵਲ 'ਚ ਉਹ ਫਿਲਮ ਆਫੀਸ਼ੀਅਲੀ ਸਿਲੈਕਟ ਹੋਈ। ਰਸ਼ੀਆ ਨੇ ਇਨਵਾਈਟ ਕੀਤਾ, ਸੇਵ ਐਂਡ ਪ੍ਰੀਜ਼ਰਵ ਉੱਥੇ ਦਾ ਰਸ਼ੀਆ 1 ਤੇ ਫੀਚਰ ਹੋਇਆ। ਸੋ ਇਟ ਵਾਜ਼ ਵੈਰੀ ਗੁੱਡ। ਫਿਰ ਰਿਅਲਾਈਜ਼ ਕੀਤਾ ਕਿ ਇੰਨਾ ਇੰਪੋਰਟੈਂਟ ਹੈ, ਐਂਡ ਸਪੈਸ਼ਲੀ ਆਈ ਥਿੰਕ ਮੇਬੀ ਐਜ਼ ਅ ਫਿਲਮ ਪਰਸਨ, ਜਦੋਂ ਤੁਸੀਂ ਕੁਝ ਕਰਦੇ ਹੋ, ਮੈਂ ਪਹਿਲਾਂ ਵੀ ਕਿਹਾ ਸੀਗਾ ਕਿ ਲੋਕਾਂ ਦਾ ਕਿਉਂਕਿ ਪਿਆਰ ਹੈ, ਉਹ ਤੁਹਾਡੀ ਗੱਲ ਥੋੜ੍ਹੀ ਸੁਣਦੇ ਨੇ। ਮੈਂ ਇਹ ਰਿਅਲਾਈਜ਼ ਕੀਤਾ ਕਿ ਜੋ ਆਪਾਂ ਸਾਰੇ ਜੋ ਵੀ ਕੰਮ ਕਰਦੇ ਹਾਂ ਨਾ, ਤੇ ਮੈਂ ਦਰਸ਼ਕਾਂ ਨੂੰ ਵੀ ਕਹੂੰਗੀ, ਤੁਸੀਂ ਜੋ ਵੀ ਕੰਮ ਕਰ ਰਹੇ ਹੋ ਜ਼ਿੰਦਗੀ 'ਚ, ਜੇ ਤੁਸੀਂ ਉਹਦੇ ਵਿੱਚ ਫਾਈਨਲੀ ਸਕਸੈਸ ਚਾਹੀਦਾ ਤਾਂ ਆਪਦੇ এনवायरमेंट ਬਾਰੇ ਸੋਚਣਾ ਪਏਗਾ। ਜਿਸ ਲੈਵਲ ਤੇ ਹੁਣ ਅਸੀਂ ਆਪਦੇ ਆਪ ਨੂੰ ਹਾਰਮ ਕਰ ਚੁੱਕੇ ਹਾਂ, ਜਿੱਦਾਂ ਹੁਣ ਅਸੀਂ ਪੰਜਾਬ 'ਚ ਦੇਖੀਏ, ਦੈਟਸ ਵਾਈ ਇਨਫੈਕਟ ਵੀ ਸਟਾਰਟਡ ਆਈਜੇ ਟੋਡਾ ਫਾਊਂਡੇਸ਼ਨ ਪਾਪਾ ਦੇ ਨਾਮ ਤੇ।
ਪੰਜਾਬ ਆਫ ਕੋਰਸ ਪੈਨ ਇੰਡੀਆ ਹੈਗਾ, ਬਟ ਕਿਉਂਕਿ ਯੂ نو ਮੇਰੀ ਬਰਥ ਪਲੇਸ ਹੈ, ਸੋ ਇੱਕ ਹੁੰਦਾ ਐਕਸਟਰਾ। ਤੇ ਬਿਕੋਜ਼ ਪੰਜਾਬ ਯੂ نو ਇੱਕ ਤਾਂ ਪਹਿਲੇ ਦੋਹਰੀ ਮਾਰ ਝੇਲ ਰਿਹਾ, ਇੱਕ ਤਾਂ ਸਾਡੇ ਕੋਲ ਪਾਣੀ ਉੱਦਾਂ ਬਹੁਤ ਘੱਟ ਹੈ, ਸਾਡਾ ਯੂ نو ਗਰਾਊਂਡ ਵਾਟਰ ਮੈਸਿਵਲੀ ਡਿਪਲੀਟ ਹੋ ਚੁੱਕਾ, ਉੱਪਰੋਂ ਹੁਣ ਇਹ ਜਿਹੜੇ ਫਲੱਡਸ ਦੀ ਮਾਰ ਆਪਾਂ ਸੇ ਹੈ ਨਾ, ਤੇ ਅਸੀਂ ਉਹਦੇ ਤੇ ਕਾਫੀ ਕੰਮ ਕਰ ਰਹੇ ਹਾਂ, ਕੁਝ ਰਿਸਰਚ ਵੀ ਕਰ ਰਹੇ ਹਾਂ, ਜਲਦੀ ਯੂ نو ਕੁਝ ਲੈ ਕੇ ਆਵਾਂਗੇ ਜਿਹਦੇ 'ਚ ਗਰਾਊਂਡ ਲੈਵਲ ਤੇ ਆਪਦੇ ਕਿਸਾਨਾਂ ਨਾਲ, ਲੋਕਾਂ ਨਾਲ ਕੰਮ ਕਰ ਸਕੀਏ ਕਿ ਅਗਲੇ ਮੌਨਸੂਨ ਤੋਂ ਪਹਿਲਾਂ ਕੁਝ ਬੈਟਰ ਕਰ ਸਕੀਏ। ਤੁਹਾਨੂੰ ਤੁਸੀਂ ਜਾਣਦੇ ਹੋਵੋਗੇ, ਸੌਰੀ ਤੁਹਾਡੀ ਗੱਲ ਕੱਟ ਰਿਹਾ, ਜਿਵੇਂ ਸਾਡੇ ਬਰਜਿੰਦਰ ਭਾਜੀ ਨੇ, ਸਰਦਾਰ ਬਰਜਿੰਦਰ ਸਿੰਘ ਜੀ ਹਮਦਰਦ ਜੀ, ਉਹਨਾਂ ਨੇ ਵੀ এনवायरमेंट ਤੇ ਬਹੁਤ ਕੰਮ ਕੀਤਾ, ਹਰਿਆਵਲ ਲਹਿਰ ਸ਼ੁਰੂ ਕੀਤੀ, ਹਾਂਜੀ ਬਿਲਕੁਲ ਹੈ ਨਾ, ਤੁਹਾਨੂੰ ਪਤਾ ਹੀ ਹੋਏਗਾ। ਤੇ ਉਹਨਾਂ ਦੀਆਂ ਬੇਟੀਆਂ ਨੇ ਮੈਡਮ ਸਰਵਿੰਦਰ, ਮੈਡਮ ਗੁਰਜੋਤ, ਬਿਲਕੁਲ ਚਾਹੇ এনवायरमेंट ਹੈ ਜਾਂ ਪੰਜਾਬੀ ਭਾਸ਼ਾ ਨੂੰ ਲੈ ਕੇ ਬਿਲਕੁਲ ਬਹੁਤ ਕੰਮ ਕੀਤਾ ਉਹਨਾਂ ਨੇ। ਆਈ ਥਿੰਕ ਇੰਨਾ ਜ਼ਰੂਰੀ ਹੈ ਨਾ, ਤੇ ਹਮਦਰਦ ਸਾਹਿਬ ਉਹ ਤਾਂ ਇਨਸਪੀਰੇਸ਼ਨ ਹੈ ਸਾਡੇ ਸਾਰਿਆਂ ਲਈ ਹੈ ਨਾ, ਉਹਨਾਂ ਨੂੰ ਦੇਖ ਕੇ ਬੰਦੇ ਨੂੰ ਹੋਰ ਆਉਂਦਾ ਕਿ ਅਸੀਂ ਕਰੀਏ, ਤੇ ਸਾਰਿਆਂ ਲਈ ਯੂ نو ਜੋ ਸਭ ਕਰ ਰਹੇ ਨੇ, ਗੁਰਜੋਤ ਯੂ نو ਇਟਸ ਲਾਈਕ ਬਿਕਾਜ਼ ਆਈ ਥਿੰਕ ਹਰ ਸੂਬੇ ਦਾ ਨਾ ਸਾਡਾ ਲਾਈਕ ਯੂ نو ਜਿੰਨੇ ਵੀ ਅਸੀਂ ਮਾਡਰਨ ਹੋ ਜਾਈਏ, ਆਪਦੇ ਕਲਚਰ ਨੂੰ ਵੀ ਸੰਭਾਲ ਕੇ ਰੱਖਣਾ ਬਹੁਤ ਜ਼ਰੂਰੀ ਹੈ, ਆਪਣੀ ਰੂਟਸ ਨੂੰ ਸੰਭਾਲ ਕੇ ਰੱਖਣਾ ਬਹੁਤ ਜ਼ਰੂਰੀ ਹੈ, ਬਿਕਾਜ਼ ਉਹ ਜੋ ਮਜ਼ਾ ਹੈ ਨਾ ਸਾਡੇ ਆਉਣ ਵਾਲੇ ਜਨਰੇਸ਼ਨਸ ਨੂੰ ਕੀ ਮਿਲੇਗਾ। ਅਗੇਨ এনवायरमेंट 'ਚ ਵੀ ਨਾ ਅਸੀਂ ਇੱਕ ਮੇਨ ਚੀਜ਼ ਕਹਿੰਦੇ ਆ, ਮੈਂ ਸ਼ੇਅਰ ਕਰੂੰਗੀ, ਵੀ ਕਾਲ ਇਟ ਇੰਟਰ ਜਨਰੇਸ਼ਨਲ ਇਕੁਇਟੀ। ਸੇਮ ਸਾਡੇ ਕਲਚਰ ਲਈ ਹੈ, ਸੇਮ ਸਾਡੇ এনवायरमेंट ਲਈ ਹੈ, ਕਿ ਸਾਡੀ ਆਉਣ ਵਾਲੇ ਜਨਰੇਸ਼ਨਸ ਨੂੰ ਅਸੀਂ ਕੀ ਦੇ ਕੇ ਜਾਣ ਵਾਲੇ ਹਾਂ, ਯੂ نو ਕਿ ਜੋ ਸਾਡੇ ਕੋਲ ਅੱਜ ਹੈ ਉਹ ਅਸੀਂ ਆਪਦੇ ਪੂਰਵਜਾਂ ਤੋਂ ਨਹੀਂ ਲਿੱਤਾ, ਅਸੀਂ ਆਪਦੇ ਆਉਣ ਵਾਲੀ ਜਨਰੇਸ਼ਨਸ ਤੋਂ ਉਧਾਰ ਲਿੱਤਾ ਹੋਇਆ। ਸੋ ਉਹਦੇ ਲਈ ਕੰਮ ਕਰਨਾ ਨਾ ਬਹੁਤ ਜ਼ਿਆਦਾ ਜ਼ਰੂਰੀ ਹੈ, ਬਹੁਤ, ਤੇ ਇਟਸ ਇਨਸਪੀਰੇਸ਼ਨਲ ਦ ਕਾਈਂਡ ਆਫ ਗੁੱਡ ਵਰਕ ਦੇ ਆਰ ਡੂਇੰਗ, ਯੂ نو। ਜੋ ਤਾਂ ਜਿਵੇਂ ਤੁਸੀਂ ਸਾਊਥ ਦੇ ਵਿੱਚ, ਹਿੰਦੀ ਬਾਲੀਵੁੱਡ ਦੇ ਵਿੱਚ ਵੀ ਕੀਤਾ, ਸਾਰਾ ਕੁਝ ਕਰ ਰਹੇ ਹੋ ਜੀ, ਤੇ ਪੰਜਾਬੀ ਜਵਾਨ ਨੂੰ ਲੈ ਕੇ ਜਦੋਂ ਤੁਸੀਂ ਉੱਤੇ ਉੱਥੇ ਬੰਦੇ ਬਹੁਤ ਜ਼ਿਆਦਾ ਤਰਸ ਵੀ ਜਾਂਦੇ ਜਾਂ ਬੋਲਦੇ ਹੋ, ਤੁਹਾਨੂੰ ਪੰਜਾਬੀ ਜਵਾਨ ਜਿਹੜੀ ਹੈ ਉਹ ਕਿਸ ਤਰ੍ਹਾਂ ਲੱਗਦੀ ਹੈ? ਮੈਨੂੰ ਬਹੁਤ ਵਧੀਆ ਲੱਗਦੀ ਹੈ। ਇਨਫੈਕਟ ਆਈ ਥਿੰਕ ਮੈਂ ਨਾ ਪੰਜਾਬੀ ਦਾ ਜਿਹੜਾ ਪਹਿਲਾ, ਕਿਉਂਕਿ ਛੋਟੇ ਹੁੰਦੇ ਕੈਥਲਿਕਸ ਯੂ نو ਕਨਵੈਂਟ 'ਚ ਪੜ੍ਹੇ, ਤੇ ਸਕੂਲ 'ਚ ਬੋਲਣ ਨਹੀਂ ਦਿੰਦੇ ਹੁੰਦੇ ਸੀ ਕਿ ਨਾ, ਤੇ ਬੀਇੰਗ ਅ ਪੰਜਾਬੀ ਮੈਨੂੰ ਹੁਣ ਵੀ ਯਾਦ ਆ, ਮੈਂ ਜਿਹੜਾ ਪਹਿਲਾ ਵਰਡ ਮਤਲਬ ਮੇਰਾ ਜਿੱਦਾਂ ਫੇਵਰਟ ਵਰਡ ਸੀਗਾ ਨਾ, ਉਹ ਸੀਗਾ ਵਧੀਆ। ਤੇ ਮੈਂ ਹਰ ਚੀਜ਼, ਮੈਨੂੰ ਕੋਈ ਆ ਕੇ ਪੁੱਛ ਲੈ ਯੂ نو ਚਾਹੇ ਚੰਗਾ ਮਾੜਾ, ਮੈਨੂੰ ਮੈਂ ਕਹਿੰਦੀ ਸੀ ਵਧੀਆ ਵਧੀਆ। ਤੇ ਆਪਣੀ ਭਾਸ਼ਾ ਦਾ ਯੂ نو ਇੱਕ ਅਲੱਗ, ਐਂਡ ਇੱਕ ਹੋਰ ਮਜ਼ਾ ਇਹ ਅਦਾ, ਮੈਂ ਜਦੋਂ ਵੀ ਕਦੇ ਵੀ ਨਾ ਪੰਜਾਬ ਅਸੀਂ ਯੂ نو ਮੇਰੀ ਫਿਲਮਸ ਦੇ ਪ੍ਰਮੋਸ਼ਨ ਜਾਂ ਉਹਨਾਂ ਨੂੰ ਮੇਬੀ ਬਿਕਾਜ਼ ਮੇਰਾ ਨਾਮ ਸਪੈਨਿਸ਼ ਹੈ, ਤੇ ਯੂ نو ਲੋਕਾਂ ਨੂੰ ਲੱਗਦਾ ਸੀਗਾ ਕਿ ਪੰਜਾਬੀ ਨਹੀਂ ਆਉਂਦੀ, ਤਾਂ ਮੈਨੂੰ ਪਹਿਲੀ ਚੀਜ਼ ਬੋਲਦੇ ਸੀ ਮੈਂ ਪੰਜਾਬੀ ਪੰਜਾਬੀ, ਤੇ ਜਦੋਂ ਮੈਂ ਪੰਜਾਬੀ ਬੋਲਦੀ ਫਿਰ ਉਹਨੂੰ ਲੱਗਦਾ ਸੀ ਓ ਮਾਈ ਗॉड ਇਹਨੂੰ ਤਾਂ ਇੰਨੀ ਅੱਛੀ ਪੰਜਾਬੀ ਆਉਂਦੀ ਹੈ। ਸੋ ਵਧੀਆ, ਬਹੁਤ ਵਧੀਆ ਫੀਲਿੰਗ ਹੁੰਦੀ ਹੈ। ਜਦੋਂ ਤੁਸੀਂ ਬੰਬੇ ਹੁੰਦੇ ਹੋ, ਐਕਚੁਅਲੀ ਉੱਥੇ ਪੰਜਾਬੀ ਜਿਹੜੇ ਸਾਡੇ ਯੂ نو ਆਪਣੀ ਯੂ نو ਸਿੱਖ ਫੈਮਿਲੀ, ਸਰਦਾਰ ਨਾਰਥ ਇੰਡੀਅਨ ਫੈਮਿਲੀਜ਼ ਵੀ ਹੈਗੇ ਨੇ, ਕਿਉਂਕਿ ਉਹ ਯੂ نو ਬੋਰਨ ਐਂਡ ਰੇਜ਼ਡ ਉੱਥੇ ਹੈਗੇ ਆ, ਉਹਨਾਂ ਦੀ ਪੰਜਾਬੀ ਬਹੁਤ ਤੇ ਜੇ ਉਹ ਪੰਜਾਬੀ ਬੋਲਦੇ ਆ ਨਾ, ਤਾਂ ਫਿਰ ਸਾਡੀ ਆਪਣੀ ਪੰਜਾਬੀ ਖਰਾਬ ਹੋ ਜਾਂਦੀ ਹੈ, ਤਾਂ ਅਸੀਂ ਹੱਸਦੇ ਆ ਕਿ ਤੁਸੀਂ ਨਾ ਬੋਲੋ, ਤੁਸੀਂ ਹਿੰਦੀ ਬੋਲੋ, ਦੈਟਸ ਬੈਟਰ। ਤਾਂ ਫਿਰ ਜਦੋਂ ਤੁਸੀਂ ਵਾਪਸ ਆਉਂਦੇ ਹੋ, ਜਾਂ ਆਪਣੇ ਹੁਣ ਬਹੁਤ ਯੂ نو ਆਪਣਾ ਕਾਫੀ ਸਾਰਾ ਯੂ نو ਲੋਕ ਪੰਜਾਬੀ ਆਪਣੇ ਹੈਗੇ ਆ ਹੁਣ ਜਿਹੜੇ ਨਾ ਇੱਥੋਂ, ਤਾਂ ਫਿਰ ਮਿਲ ਜਾਂਦਾ ਮੌਕਾ ਬੋਲਣ। ਅੱਛਾ ਜੋਨੀਤਾ ਜੀ, ਜਿਹੜੇ ਆਮ ਲੋਕ ਹੈ ਉਹਨਾਂ ਦੇ ਮਨ ਦੇ ਵਿੱਚ, ਦਿਲ 'ਚ ਹਮੇਸ਼ਾ ਇੱਕ ਕਰੇਜ਼ ਵੀ ਰਹਿੰਦਾ ਹੈ ਨਾ, ਕਿ ਜਿਹੜੇ ਬਾਲੀਵੁੱਡ ਦੇ ਸਿਤਾਰੇ ਆ ਲਾਈਕ ਯੂ, ਕਿ ਉਹਨਾਂ ਦੀ ਜਿਹੜੀ ਪਰਸਨਲ ਲਾਈਫ ਹੈ ਉਹਦੇ ਬਾਰੇ ਸਾਨੂੰ ਪਤਾ ਲੱਗੇ, ਕਿ ਤੁਹਾਡੀ ਜਿਹੜੀ ਨਿੱਜੀ ਲਾਈਫ ਹੈ, ਤੇ ਤੁਸੀਂ ਉਹਦੇ ਬਾਰੇ ਵੀ ਥੋੜਾ ਜਿਹਾ ਦੱਸੋਗੇ, ਤਾਂ ਕਿਉਂਕਿ ਪੰਜਾਬ ਤੁਹਾਨੂੰ ਦੇਖ ਗਿਆ ਦੇਸ਼ ਵਿਦੇਸ਼ ਤੱਕ ਸੁਣਨਗੇ ਸਾਡੇ ਜਿਹੜੇ ਦਰਸ਼ਕ। ਮੇਰੀ ਪਰਸਨਲ ਲਾਈਫ, ਮੈਂ ਬਹੁਤ ਜ਼ਿਆਦਾ ਯੂ نو ਆਪਣੀ ਫੈਮਿਲੀ ਦੇ ਨਾਲ ਯੂ نو ਬਹੁਤ ਕਨੈਕਟਡ ਹਾਂ, ਮਾਈ ਫਾਦਰ, ਮਾਈ ਮਮ, ਮਾਈ ਬ੍ਰਦਰ, ਯੂ نو ਐਂਡ ਵੀ ਬਹੁਤ ਕਲੋਜ਼ ਫੈਮਿਲੀ ਆ, ਤੇ ਮੇਰੇ ਲਈ ਸਭ ਤੋਂ ਪਹਿਲੀ ਚੀਜ਼ ਇਜ਼ ਫੈਮਿਲੀ। ਤੇ ਉਸ ਤੋਂ ਬਾਅਦ ਪਰਸਨਲ ਮੇਰੇ ਫਰੈਂਡਸ ਯੂ نو ਮੇਰੀ, ਜਿੱਦਾਂ ਮੈਂ ਕਿਹਾ, ਮੈਨੂੰ ਮੈਨੂੰ ਲਾਈਕ ਯੂ نو ਆਪਾਂ ਜਿੰਨੇ ਵੀ ਇੱਥੇ, ਮੈਨੂੰ ਸਾਰਿਆਂ ਨਾਲ ਪਿਆਰ ਹੈ। ਮੈਨੂੰ ਇੱਦਾਂ ਲੱਗਦਾ ਲਾਈਫ, ਜ਼ਿੰਦਗੀ ਬਹੁਤ ਛੋਟੀ ਹੈ, ਤੁਸੀਂ ਆਏ ਹੋ, ਤੁਸੀਂ ਕੁਝ ਵਧੀਆ ਕਰ ਜੋ, ਕਿ ਇਟਸ ਨਾਟ ਜਸਟ ਅਬਾਊਟ ਯੂ, ਹੈ ਨਾ, ਤੇ ਜੋ ਵੀ ਅੱਛਾ ਅਸੀਂ ਕਰ ਸਕਦੇ ਹਾਂ ਨਾ, ਅਸੀਂ ਉਹ ਕਰ ਲਈਏ। ਸੋ ਥੋੜਾ ਜਿਹਾ ਉਹਦਾ ਦਾ ਥਾਟ ਹੈ, ਤੇ ਉਹ ਆਈ ਇੰਜੋਏ ਇਟ, ਦੈਟਸ ਦ ਰੀਜ਼ਨ ਕਿ ਮੈਂ ਯੂ نو ਫਿਲਮਸ ਨੂੰ ਇਨ ਬਿਟਵੀਨ ਕੁਝ ਵੱਡੇ ਪ੍ਰੋਜੈਕਟਸ ਨੂੰ ਪਿੱਛੇ ਕਰਕੇ এনवायरमेंट ਤੇ ਕੰਮ ਕਰਨਾ ਸ਼ੁਰੂ ਕੀਤਾ। ਸੋ ਇਸ ਵੇਲੇ ਇਫ ਆਈ ਟਾਕ ਅਬਾਊਟ ਮਾਈ ਪਰਸਨਲ ਲਾਈਫ, ਤਾਂ ਬਹੁਤ ਮੈਸਿਵ ਜਿਹੜਾ ਕੰਮ ਹੈ ਉਹ এনवायरमेंट ਤੇ ਚੱਲ ਰਿਹਾ। ਪਲੈਨਟ ਓਵਰ ਪ੍ਰੋਫਿਟ ਮੇਰੀ ਮੁਹਿੰਮ ਹੈ ਅੰਦਰ ਆਈਜੇ ਡੋਡਾ ਫਾਊਂਡੇਸ਼ਨ ਦੇ ਅੰਡਰ, ਬਿਕਾਜ਼ ਆਈ ਰਿਅਲਾਈਜ਼ ਕਿ
ਪਲੈਨਟ ਓਵਰ ਪ੍ਰੋਫਿਟ। ਅਸੀਂ ਜੋ ਵੀ ਕਰਦੇ ਹਾਂ ਪ੍ਰੋਫਿਟ ਬਿਲਕੁਲ। ਸੋਚ ਕੇ ਕਰਦੇ ਹਾਂ ਨਾ, ਤੇ ਆਪਦੇ ਪਲੈਨਟ ਨੂੰ ਪ੍ਰੋਫਿਟ ਤੋਂ ਥੋੜਾ ਉੱਪਰ ਰੱਖ ਲਈਏ ਤਾਂ ਬਹੁਤ ਜ਼ਰੂਰੀ ਹੈ। ਅਦਰਵਾਈਜ਼ ਇਟਸ ਲਾਈਕ ਫਿਰ ਅਸੀਂ ਚੰਡੀਗੜ੍ਹ ਫੈਸ਼ਨ ਵੀਕ ਆਈ ਐਮ ਦ ਕੋ-ਫਾਊਂਡਰ ਆਫ ਚੰਡੀਗੜ੍ਹ ਫੈਸ਼ਨ ਵੀਕ। ਉਹ ਇਹ ਸੋਚ ਕੇ ਬਣਾਇਆ ਬਿਕਾਜ਼ ਐਜ਼ ਐਨ ਐਕਟਰ ਮੈਂ ਰਿਅਲਾਈਜ਼ ਕਰਦੀ ਹਾਂ ਕਿ ਕਿੰਨਾ ਮੁਸ਼ਕਿਲ ਹੈ ਜਦੋਂ ਤੁਸੀਂ ਸ਼ੁਰੂ ਕਰਦੇ ਹੋ ਟੂ ਹੈਵ ਦੈਟ ਬ੍ਰੇਕ, ਹੈ ਨਾ। ਤੇ ਆਪਣੇ ਪੰਜਾਬ ਦੇ, ਨਾਰਥ ਇੰਡੀਆ ਦੇ, ਹਰਿਆਣਾ, ਹਿਮਾਚਲ ਦੇ ਇੱਥੇ ਦੇ ਬੱਚਿਆਂ ਨੂੰ ਹੋਰ ਵਧੀਆ ਪਲੇਟਫਾਰਮ ਮਿਲੇ ਕਿ ਤੁਸੀਂ ਇੱਕ ਇੰਟਰਨੈਸ਼ਨਲ ਲੈਵਲ ਦੇ ਪ੍ਰੋਗਰਾਮ 'ਚ ਹਿੱਸਾ ਲੈ ਸਕੋ। ਸੋਚ ਕੇ ਅਸੀਂ ਚੰਡੀਗੜ੍ਹ ਫੈਸ਼ਨ ਵੀਕ ਸ਼ੁਰੂ ਕੀਤਾ, ਨਾਟ ਜਸਟ ਯੰਗਸਟਰਸ ਦੇ ਲਈ ਬਟ ਆਲਸੋ ਜੋ ਸਾਡੇ ਹੈਂਡੀਕ੍ਰਾਫਟ ਹੈ, ਸਾਡਾ ਆਰਟਿਸਨ ਹੈ, ਸਾਡਾ ਕਲਚਰ ਹੈ, ਉਹਨੂੰ ਸਾਂਭ ਕੇ ਰੱਖਣ ਲਈ, ਉਹਨੂੰ ਇੱਕ ਮੇਨ ਸਟਰੀਮ ਪਲੇਟਫਾਰਮ 'ਤੇ ਲੈ ਕੇ ਆਉਣ ਲਈ ਉਹਨੂੰ ਸ਼ੁਰੂ ਕੀਤਾ। ਸੋ ਮੇਰਾ ਟਾਈਮ ਐਕਚੁਅਲੀ ਬਹੁਤ ਸਾਰੀਆਂ ਚੀਜ਼ਾਂ ਦੇ ਵਿੱਚ ਜਾਂਦਾ ਹੈ। when I'm not shooting, ਤੇ ਫਿਰ it's like environment, then it's Chandigarh Fashion Week, multiple things. So ਮਹਿਲਾ ਦਿਵਸ ਆ ਰਿਹਾ ਹੈਗਾ, ਹਾਂਜੀ, ਉਹਦੇ ਬਾਰੇ ਕੀ ਕਹਿਣਾ ਚਾਹੋਗੇ? ਮਹਿਲਾ ਦਿਵਸ ਮੈਂ ਹਰ ਰੋਜ਼ ਹੋਣਾ ਚਾਹੀਦਾ। I mean everybody should celebrate it every day because actually I feel it's like every individual is so important, ਹੈ ਨਾ। but ਅਸੀਂ women day celebrate ਇਸ ਲਈ ਕਰਦੇ ਹਾਂ because ਬਹੁਤ ਲੰਬਾ ਸਮੇਂ ਇੱਕ ਇਕੁਅਲ ਜੈਂਡਰ ਨੂੰ ਪਿੱਛੇ ਰੱਖਣ ਦੀ ਕੋਸ਼ਿਸ਼ ਕੀਤੀ ਗਈ, ਉਹਦੇ ਕਰਕੇ ਸੈਲੀਬ੍ਰੇਟ ਕਰਦੇ ਹਾਂ। ਅੱਗੇ ਜਾ ਕੇ ਮੈਂ ਚਾਹੂੰਗੀ ਕਿ ਜ਼ਰੂਰਤ ਨਹੀਂ ਹੈ ਇੰਨਾ ਇਕੁਅਲ ਹੋਣਾ ਚਾਹੀਦਾ ਕਿ ਲੋੜ ਨਾ ਰਹੇ ਸੈਲੀਬ੍ਰੇਟ ਕਰਨ ਦੀ। ਹਰ ਰੋਜ਼ ਸੈਲੀਬ੍ਰੇਟ ਕਰੋ ਉਸ ਚੀਜ਼ ਨੂੰ ਬਿਕਾਜ਼ ਤੁਹਾਡੀ ਮੋਮ, ਤੁਹਾਡੀ ਭੈਣ, ਤੁਹਾਡੀ ਵਾਈਫ, ਤੁਹਾਡੀ ਗਰਲਫ੍ਰੈਂਡ, ਤੁਹਾਡੀ ਫਰੈਂਡ ਇੰਨੇ ਰੂਪਾਂ 'ਚ ਆਈ ਥਿੰਕ ਵਾਟ ਵਿਮਨ ਡੂ ਇਵਨ ਮੈਨ ਨੋ। ਤੁਹਾਨੂੰ ਨਹੀਂ ਲੱਗਦਾ ਕਿ ਪਰਿਵਾਰਿਕ ਸੰਸਕਾਰਾਂ ਤੋਂ ਜਿਹੜਾ ਸਾਡੇ ਅੰਦਰ ਆਂਦਾ ਹੈ ਕਿ ਇੱਕ ਔਰਤ ਹੈ ਜਾਂ ਲੜਕੀ ਹੈ, ਉਹਦੇ ਬਾਰੇ ਕਿਸ ਤਰ੍ਹਾਂ ਸੋਚਣਾ, ਕਿਸ ਤਰ੍ਹਾਂ ਉਹਨੂੰ ਦੇਖਣਾ ਜਾਂ ਗਾਈਡ ਕਰਨਾ? ਕੰਡੀਸ਼ਨਿੰਗ ਬਹੁਤ ਜ਼ਰੂਰੀ ਹੈ, ਤੁਸੀਂ ਸਹੀ ਕਹਿ ਰਹੇ ਹੋ। ਕੰਡੀਸ਼ਨਿੰਗ ਇੰਨੀ ਜ਼ਿਆਦਾ ਜ਼ਰੂਰੀ ਹੈ ਨਾ ਕਿ ਬਟ ਅਗੇਨ ਆਈ ਥਿੰਕ ਇਹ ਰੋਲ ਹੈਗਾ ਸਾਡੇ ਔਰਤਾਂ ਦਾ ਜਦੋਂ ਆਪਦੇ ਮੁੰਡਿਆਂ ਨੂੰ ਵੱਡਾ ਕਰ ਰਹੇ ਹੁੰਦੇ ਹੈ ਨਾ। ਜਦੋਂ ਤੁਸੀਂ ਆਪਣੇ ਛੋਟੇ ਮੇਲ ਚਾਈਲਡ ਨੂੰ, ਜਦੋਂ ਤੁਸੀਂ ਛੋਟੇ ਨੂੰ ਉਹਨੂੰ ਇਕੁਅਲ ਉਸ ਟਾਈਮ ਤੋਂ ਦੱਸਣਾ ਸ਼ੁਰੂ ਕਰੋ ਇਟਸ ਇਕੁਅਲ, ਇਹ ਨਹੀਂ ਕਿ ਇਹ ਕੁੜੀ ਹੈ ਇੱਦਾਂ ਨਹੀਂ। ਜਦੋਂ ਉਹ ਚੀਜ਼ ਹੋਣੀ ਸ਼ੁਰੂ ਹੋਏਗੀ ਨਾ ਪੈਰਲਲ ਲੈਵਲ ਤੇ ਕਿ ਮਾਈਂਡਸੈਟ ਚੇਂਜ ਹੋਏਗਾ, ਫਿਰ ਜਾ ਕੇ ਚੀਜ਼ਾਂ ਸਿਕਿਉਰ ਹੋਣਗੀਆਂ ਕੁੜੀਆਂ ਲਈ, ਹੈ ਨਾ। ਹਾਲੇ ਬਹੁਤ ਬੈਟਰ ਹੋਇਆ ਬਟ ਜੇ ਮੈਂ ਕਹਾਂ ਕਿ ਕੋਈ ਡਿਫਰੈਂਸ ਨਹੀਂ ਹੈ ਤੇ ਗਲਤ ਹੈ। I mean we women do have to suffer a lot still at various platforms but again I feel ਤੁਸੀਂ ਕਿਹਾ women day ਤੇ ਮੈਂ ਇੱਕ ਜੋ ਦਰਖਾਸਤ ਕਰੂੰਗੀ ਆਪਦੀਆਂ women's ਨੂੰ ਕਿ ਇਕੱਠਾ ਹੋਣਾ, ਯੂਨਿਟੀ ਬਹੁਤ ਜ਼ਰੂਰੀ ਹੈ। ਆਪਸ 'ਚ ਇੱਕ ਹੋਣਾ ਬਹੁਤ ਜ਼ਰੂਰੀ ਹੈ ਟੂ ਕਮ ਅਪ, ਟੂ ਸਰਵਾਈਵ, ਟੂ ਡੂ ਬੈਟਰ। ਜਦੋਂ ਸਾਹਮਣੇ ਤੋਂ ਤੁਹਾਨੂੰ ਕੁਝ ਇੱਦਾਂ ਦਾ ਆ ਰਿਹਾ ਹੋਵੇ which is not good, which is not good for the women, so ਆਪਾਂ ਗੱਲ ਕੀਤੀ ਕਿ ਪਰਿਵਾਰ ਦੇ ਵਿੱਚੋਂ ਸੰਸਕਾਰ ਮਿਲਦੇ ਹਨ। ਹਾਂਜੀ, ਇਹਦੇ ਪੈਰਲਲ ਆਪਾਂ ਇਕੁਐਲਿਟੀ ਦੀ ਗੱਲ ਕੀਤੀ ਜੀ। ਮੈਂ ਆਪਣੇ ਪਰਿਵਾਰ ਦੀ ਗੱਲ ਕਰਾਂ ਤਾਂ ਸਾਨੂੰ ਸਿਖਾਇਆ ਗਿਆ ਕਿ ਇਕੁਅਲ ਨਹੀਂ ਹੈ, ਕੁੜੀਆਂ ਉੱਪਰ ਨੇ, ਕੁੜੀਆਂ ਉੱਪਰ। ਬਿਲਕੁਲ, ਮੈਂ ਇਹਨਾਂ ਤੋਂ ਬਿਨਾਂ ਕੋਈ ਰਿਸ਼ਤਾ ਇਹਨਾਂ ਤੋਂ ਬਿਨਾਂ ਹੈ ਨਹੀਂ, ਬਿਲਕੁਲ ਨਹੀਂ। ਭੈਣ ਦਾ, ਭੂਆ ਦਾ, ਮਾਸੀਆਂ, ਇਹਨਾਂ ਤੋਂ ਬਿਨਾਂ ਰਿਸ਼ਤਾ ਕੋਈ ਹੈ ਨਹੀਂ। ਬਿਲਕੁਲ ਆਈ ਥਿੰਕ ਤੁਸੀਂ ਆਪ, ਮੈਂ ਤਾਂ ਹੀ ਕਹਿ ਰਹੀ ਸੀ, ਤੁਸੀਂ ਆਪ ਦੇਖੋਗੇ, ਤੁਸੀਂ ਜਸਟ ਥਿੰਕ ਆਫ ਇਟ ਕਿ ਤੁਹਾਡੀ ਲਾਈਫ ਜੇ ਇੱਕ ਦਿਨ ਲਈ ਮੰਮਾ ਚਲੇ ਜਾਣ, ਵਾਈਫ ਚਲੇ ਜਾਏ, ਸਿਸਟਰ ਨਾ ਹੋਵੇ, ਤੁਸੀਂ ਤਾਂ ਇਕੱਲੇ ਘਰ ਰਹਿ ਨਹੀਂ ਸਕਦੇ। ਇਮੇਜਿਨ ਕਰਕੇ ਦੇਖ ਲਓ, ਤੁਹਾਨੂੰ ਪਤਾ ਤੁਹਾਨੂੰ ਇਹ ਨਹੀਂ ਪਤਾ ਲੱਗਣਾ ਕਿ ਕਿਹੜੀ ਚੀਜ਼ ਕਿੱਥੇ ਆ ਤਾਂ ਹੋਣਾ ਕਿੱਦਾਂ ਲਾਈਫ ਵਿਦਆਊਟ ਵੂਮਨ ਤੁਸੀਂ ਇਮੇਜਿਨ ਕਰੋ। ਸੋ ਬੇਸਿਕਲੀ ਜੇ ਲਾਈਫ ਦੀ ਗੱਡੀ ਹੈ ਨਾ, ਉਹਦਾ ਸਟੀਅਰਿੰਗ ਵੀਲ ਐਕਚੁਅਲੀ ਵਿਮਨ ਨੇ ਸੰਭਾਲਿਆ ਹੋਇਆ। ਸੋ ਇਟਸ ਵੈਰੀ ਇੰਪੋਰਟੈਂਟ ਕਿ ਅਸੀਂ ਉਹਨੂੰ ਰਿਸਪੈਕਟ ਕਰਨਾ ਸ਼ੁਰੂ ਕਰ ਦਈਏ ਜੈਨੂਇਨਲੀ ਐਂਡ ਐਕਚੁਅਲੀ ਇਕੁਅਲ ਕਰਨਾ ਸ਼ੁਰੂ ਕਰ ਦਈਏ। ਬਹੁਤ ਮੈਂ ਅੱਜ ਵੀ ਦੇਖਦੀ ਹਾਂ ਬਹੁਤ ਘੱਟ ਨੰਬਰ 'ਚ ਜੇ ਅਸੀਂ ਆਪਦੇ ਪੋਲੀਟਿਕਸ 'ਚ ਦੇਖੀਏ ਜਾਂ ਮੇਨ ਸਟਰੀਮ 'ਚ ਦੇਖੀਏ, ਬਹੁਤ ਘੱਟ ਨੰਬਰ 'ਚ ਅੱਜ ਵੀ ਔਰਤਾਂ ਹੈਗੀਆਂ। ਉਹ ਆਉਣਾ ਜ਼ਰੂਰੀ ਹੈ। ਅਸੀਂ ਵੀ ਜਦੋਂ ਆਪ ਵੋਟ ਕਰ ਰਹੇ ਹੁੰਦੇ ਉਸ ਵੇਲੇ ਵੀ ਦੇਖਣਾ ਜ਼ਰੂਰੀ ਹੈ ਕਿ ਕਿਹਨੂੰ ਕਰ ਰਹੇ ਹਾਂ। ਜੇ ਆਪਾਂ ਸਿਰਫ ਗੱਲ ਕਰੀ ਜਾਵਾਂਗੇ ਬਟ ਕੋਈ ਚੇਂਜ ਲਿਆਵਾਂਗੇ ਨਹੀਂ ਤਾਂ ਫਿਰ ਕੁਝ ਹੋਏਗਾ ਨਹੀਂ, ਬਦਲੇਗਾ ਨਹੀਂ ਕੁਝ। ਸੋ ਯਾ ਹੋਰ ਕੋਈ ਲਾਸਟ ਵਿੱਚ ਕੁਝ ਕਹਿਣਾ ਚਾਹੋ ਸਾਡੇ? ਇੱਕ ਮੈਸੇਜ ਦਰਸ਼ਕਾਂ ਲਈ ਵੀ ਤੇ ਜਿਹੜੇ ਤੁਹਾਡੀ ਫੀਲਡ ਦੇ ਵਿੱਚ ਬੱਚੇ ਜਿਹੜੇ ਆਉਣਾ ਚਾਹੁੰਦੇ ਆ, ਲੜਕੇ ਲੜਕੀਆਂ, ਔਰ ਉਹਨਾਂ ਲਈ ਕੀ ਚੈਲੰਜਸ ਹੋ ਸਕਦੇ ਆ, ਰਾਈਟ, ਤੇ ਉਹਨਾਂ ਲਈ ਤੁਸੀਂ ਕੋਈ ਇੱਕ ਮੈਸੇਜ ਜ਼ਰੂਰ ਦਿਓ। ਓਕੇ, ਮਲਟੀਪਲ ਨੇ। ਸੋ ਜਿਹੜੇ ਤਾਂ ਬੱਚੇ ਜੋ ਆਉਣਾ ਚਾਹੁੰਦੇ ਆ ਫਿਲਮ ਇੰਡਸਟਰੀ 'ਚ, ਮਾਡਲਿੰਗ ਦੇ ਵਿੱਚ, ਦੈਟਸ ਵਾਈ ਅਸੀਂ ਚੰਡੀਗੜ੍ਹ ਫੈਸ਼ਨ ਵੀਕ ਐਜ਼ ਅ ਪਲੇਟਫਾਰਮ ਵੀ ਕ੍ਰੀਏਟ ਕੀਤਾ। ਤੁਸੀਂ ਸਾਡੇ ਨਾਲ ਵੀ ਜੁੜ ਸਕਦੇ ਹੋ, ਸਾਡੇ ਪਲੇਟਫਾਰਮ, ਸੋਸ਼ਲ ਮੀਡੀਆ ਪਲੇਟਫਾਰਮਸ 'ਚ ਸਾਨੂੰ ਜੁੜ ਸਕਦੇ ਹੋ। ਮੈਂ ਇਹ ਕਹੂੰਗੀ ਕੁਝ ਵੀ ਕਰਨ ਤੋਂ ਪਹਿਲਾਂ
ਸਭ ਤੋਂ ਪਹਿਲਾਂ ਇੱਕ ਆਪਣੇ ਤੇ ਭਰੋਸਾ ਹੋਣਾ ਬਹੁਤ ਜ਼ਰੂਰੀ ਹੈ ਜੀ ਐਂਡ ਆਪਦੇ ਕ੍ਰਾਫਟ ਤੇ ਕੰਮ ਕਰੋ ਕਿਸੇ ਵੀ ਚੀਜ਼ ਲਈ ਪਾਗਲ ਹੋਣਾ ਕਦੇ ਵੀ ਦੈਟਸ ਪੈਸ਼ਨ ਹੋਣਾ ਚਾਹੀਦਾ, ਪਾਗਲਪਨ ਨਹੀਂ ਹੋਣਾ ਚਾਹੀਦਾ, ਜਨੂਨ ਬੈਲੈਂਸ ਹੋਣਾ ਚਾਹੀਦਾ ਸੋ ਫਿਰ ਤੁਸੀਂ ਗਲਤੀਆਂ ਨਹੀਂ ਕਰੋਗੇ, ਫਿਰ ਤੁਹਾਨੂੰ ਕੋਈ ਗਲਤ ਨਹੀਂ ਕਰਵਾ ਸਕੇਗਾ ਜੇ ਤੁਹਾਡਾ ਮਾਈਂਡ ਤੁਹਾਡੇ ਨਾਲ ਔਰ ਹੈ। ਆਪਣੀ ਵੈਲਿਊ ਸਮਝਣ ਦੀ ਆਪਣੀ ਵੈਲਿਊ ਨੂੰ ਸਮਝੋ, ਆਪਦੇ ਕ੍ਰਾਫਟ ਬਟ ਆਪਣਾ ਜੋ ਵੀ ਤੁਹਾਡਾ ਹੁਨਰ ਹੈ, ਜਿਹੜੀ ਚੀਜ਼ ਤੁਸੀਂ ਕਰਨਾ ਚਾਹੁੰਦੇ ਹੋ ਉਹਦੇ ਤੇ ਕੰਮ ਵੀ ਕਰੋ, ਉਹਨੂੰ ਬ੍ਰਸ਼ ਅਪ ਕਰੋ। ਆਪਾਂ ਕਹਿੰਦੇ ਨਾ ਕੋਈ ਕਾਰਪੈਂਟਰ ਹੈ ਜੇ ਜਾਂ ਕੋਈ ਮੂਰਤੀਕਾਰ ਹੈ, ਉਹ ਕਿੰਨੀ ਖੂਬਸੂਰਤੀ ਨਾਲ ਆਪਦੀ ਮੂਰਤੀ ਬਣਾਉਂਦਾ, ਉਹ ਕਿੰਨੀ ਮਿਹਨਤ ਕਰਦਾ ਹੋਏਗਾ। ਸਿਮਿਲਰਲੀ ਜਿੱਦਾਂ ਉਹ ਮੂਰਤੀ ਨੂੰ ਤਰਾਸ਼ਦਾ ਨਾ, ਉੱਦਾਂ ਆਪਣੇ ਆਪ ਨੂੰ ਤਰਾਸ਼ਣਾ ਬਹੁਤ ਜ਼ਰੂਰੀ ਹੈ ਜੇ ਤੁਸੀਂ ਐਕਚੁਅਲ, ਕਿਉਂਕਿ ਬਹੁਤ ਕੰਪੀਟੀਟਿਵ ਵਰਲਡ ਹੈ, ਇੱਦਾਂ ਵੀ ਨਹੀਂ ਹੈਗਾ that it's a cakewalk, it's a very competitive world, so you got to be really good, work at yourself। ਐਂਡ ਦੂਜਾ ਮੈਸੇਜ ਮੈਂ ਸਾਰਿਆਂ ਨੂੰ ਜੈਨੂਇਨਲੀ ਦਊਂਗੀ ਕਿ ਪਲੈਨਟ ਓਵਰ ਪ੍ਰੋਫਿਟ, ਤੁਸੀਂ ਜੋ ਵੀ ਕਰ ਰਹੇ ਹੋ ਛੋਟੇ ਛੋਟੇ ਤਰੀਕਿਆਂ ਨਾਲ ਆਪਦੀ এনवायरमेंट ਦੇ ਬਾਰੇ ਪਲੀਜ਼ ਸੋਚਣਾ ਸ਼ੁਰੂ ਕਰੋ। ਬਹੁਤ ਸਾਰੇ ਲੋਕ ਕਹਿਣਗੇ ਕਿ ਹੁਣ ਤਾਂ ਹੋਰ ਬਹੁਤ ਮਾੜਾ ਹਾਲ ਹੈ ਬਿਕੋਜ਼ ਹੋਰ ਵਾਰਸ ਹੋ ਗਈਆਂ, ਤੇ ਉਹ ਮੈਨੂੰ ਕਹਿਣਗੇ ਕਿ ਤੁਸੀਂ এনवायरमेंट ਬਾਰੇ ਕਹਿ ਰਹੇ ਹੋ, ਤੁਸੀਂ ਕਹਿ ਰਹੇ ਹੋ ਪਟਾਕੇ ਨਾ ਚਲਾਓ, ਇਹ ਨਾ ਕਰੋ, ਉਹ ਨਾ ਕਰੋ, ਵਾਟ ਅਬਾਊਟ ਜਿਹੜੀਆਂ ਇੰਨੀਆਂ ਵਾਰਸ ਹੋ ਰਹੀਆਂ। ਸੋ ਆਈ ਵਾਂਟ ਟੂ ਟੈਲ ਐਵਰੀਬਾਡੀ ਜਿਹੜੇ ਕਹਿੰਦੇ ਆ ਕਿ ਉਹ ਜੋ ਸਭ ਹੋ ਰਿਹਾ ਸਾਡੇ ਕੰਟਰੋਲ ਤੋਂ ਬਾਹਰ ਹੈ ਐਂਡ ਬਹੁਤ ਸੈਡ ਹੈ ਸਿਚੁਏਸ਼ਨ ਫॉर ਦੀ ਪਲੈਨਟ, ਤੇ ਉਹਦੇ ਇਲ ਇਫੈਕਟਸ ਤੁਸੀਂ ਦੇਖੋਗੇ ਐਂਡ ਉਹਦੇ ਇਲ ਇਫੈਕਟਸ ਸਾਰੀ ਦੁਨੀਆ ਦੇਖੇਗੀ ਬਿਕੋਜ਼ ਜੋ ਸਾਡਾ ਗਲੋਬਲ ਵਾਰਮਿੰਗ ਹੋ ਚੁੱਕੀ ਹੈ। ਮੈਂ ਤੁਹਾਨੂੰ ਦੱਸੂਗੀ ਕਿ ਇੱਕ IIT ਗਾਂਧੀ ਨਗਰ ਦੀ ਸਟੱਡੀ ਹੈ, ਇਟ ਸੇਜ਼ ਕਿ ਜਿਸ ਹਿਸਾਬ ਨਾਲ ਵਾਰਮਿੰਗ ਹੋ ਰਹੀ ਹੈ ਪੋਲਿਊਸ਼ਨ ਕਰਕੇ ਜਾਂ ਚੀਜ਼ਾਂ ਵੱਖਰੀਆਂ ਕਰਕੇ 10,000 ਤੱਕ ਫਲੈਸ਼ ਫਲੱਡਸ ਆਣਗੇ ਇੱਕ ਸਾਲ ਤੋਂ। ਓ ਮਾਈ ਗॉड। ਸੋ ਇਮੇਜਿਨ ਕਰੋ ਅਸੀਂ ਪ੍ਰਿਪੇਅਰ ਨਹੀਂ ਹੈਗੇ ਉਹਨਾਂ ਸਾਰੀਆਂ ਚੀਜ਼ਾਂ ਲਈ। ਸੋ ਮੈਂ ਇਹ ਕਹੂੰਗੀ ਕਿ ਪ੍ਰਿਪੇਅਰ ਹੋਣਾ ਬਹੁਤ ਜ਼ਰੂਰੀ ਹੈ, ਸਿੱਖਣਾ ਬਹੁਤ ਜ਼ਰੂਰੀ ਹੈ, ਅਵੇਅਰ ਹੋਣਾ ਬਹੁਤ ਜ਼ਰੂਰੀ ਹੈ। ਸੋ ਆਪਾਂ ਉਹ ਸ਼ੁਰੂਆਤ ਕਰੀਏ ਐਂਡ ਐਵਰੀ ਇੰਡੀਵਿਜੂਅਲ ਕੈਨ ਡੂ ਇਟ। ਕਦੇ ਵੀ ਇਹ ਨਾ ਸੋਚੋ ਕਿ ਮੈਂ ਇਕੱਲਾ ਕਿੱਦਾਂ ਕਰ ਸਕਦਾਂਗਾ। ਮੈਂ ਹਮੇਸ਼ਾ ਕਹਿੰਦੀ ਹਾਂ ਕਿ ਜੇ ਭਗਤ ਸਿੰਘ ਇੱਦਾਂ ਸੋਚਦੇ ਤੇ ਆਪਾਂ ਅੱਜ ਆਜ਼ਾਦ ਨਾ ਹੁੰਦੇ, ਹੈ ਨਾ। ਕਿ ਜੇ ਉਹ ਸੋਚਦੇ ਕਿ ਮੈਂ 23 ਸਾਲਾਂ ਦਾ ਮੈਂ ਕੀ ਕਰਨਾ, ਮੈਂ ਤੇ ਫਿਰ ਅੱਜ ਅਸੀਂ ਆਜ਼ਾਦ ਹੀ ਨਹੀਂ ਹੋਣਾ ਸੀਗਾ, ਹੈ ਨਾ। ਸੋ ਹਰ ਬੰਦੇ ਵਿੱਚ ਪਾਵਰ ਹੈਗੀ ਆ, ਵੀ ਕੈਨ ਡੂ ਇਟ। ਸੋ ਲੈਟਸ ਜਸਟ ਡੂ ਇਟ, ਥਿੰਕ ਅਬਾਊਟ, ਸ਼ੁਰੂਆਤ ਕਰਨੀ ਬਹੁਤ ਜ਼ਰੂਰੀ ਹੈ। ਸੋ ਯਾ, ਐਂਡ ਥੈਂਕ ਯੂ ਸੋ ਮਚ ਫॉर ਹੈਵਿੰਗ ਮੀ, ਇਟਸ ਸੱਚ ਅ ਪਲੇਜ਼ਰ। ਤੁਹਾਡਾ ਬਹੁਤ ਧੰਨਵਾਦ ਜੀ। ਧੰਨਵਾਦ ਤੁਹਾਡਾ ਸਾਰਿਆਂ ਦਾ। ਇਹ ਸਨ ਜੋਨਤਾ ਡੋਡਾ ਜੀ, ਜਿਨ੍ਹਾਂ ਨੇ ਆਪਣੀ ਫਿਲਮੀ ਕੈਰੀਅਰ ਬਾਰੇ, ਸਮਾਜ ਬਾਰੇ ਬਹੁਤ ਕੁਝ ਗੱਲਾਂ ਸਾਂਝੀਆਂ ਕੀਤੀਆਂ ਨੇ। ਮੈਂ ਅਜੈਬ ਸਿੰਘ ਔਜਲਾ ਤੇ ਮੇਰੇ ਕੁਲੀਗ ਡਾਕਟਰ ਬਿਕਰਮਜੀਤ ਸਿੰਘ ਜੀ ਮਾਨ ਤੇ ਸਾਡੇ ਕੈਮਰਾਮੈਨ ਸ਼ਤਾਂਸ਼ੂ ਸ਼ਰਮਾ ਜੀ, ਤੁਹਾਡਾ ਇੱਕ ਵਾਰ ਫੇਰ ਦਿਲੋਂ ਧੰਨਵਾਦ। ਬਹੁਤ ਧੰਨਵਾਦ ਹੈ, ਥੈਂਕ ਯੂ ਸੋ ਮਚ। ਖਾਸ ਮੁਲਾਕਾਤ ਦੇ ਵਿੱਚ ਅਸੀਂ ਇੱਕ ਹੋਰ ਵੱਡੀ ਸ਼ਖਸੀਅਤ ਦੇ ਨਾਲ ਹਾਜ਼ਰ ਹੋਵਾਂਗੇ। ਤਦ ਤੱਕ ਲਈ ਸਤਿ ਸ਼੍ਰੀ ਅਕਾਲ।